ਸਵਾਗਤ ਹੈ ਤੁਹਾਡਾ। ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। ਮੈਂ ਹਾਂ ਮਦਨਦੀਪ ਔਰ ਮੇਰੇ ਨਾਲ ਨੇ ਪੰਜਾਬੀ ਦੇ ਵੱਡੇ ਸ਼ਾਇਰ ਵਿਜੇ ਵਿਵੇਕ ਜੀ। ਵਿਜੇ ਵਿਵੇਕ ਜੀ, ਤੁਹਾਡਾ ਸਵਾਗਤ ਹੈ। ਸ਼ੁਕਰੀਆ ਜੀ ਮਦਨਦੀਪ ਜੀ, ਥੈਂਕ ਯੂ ਵੈਰੀ ਮਚ। ਬਹੁਤ ਘੱਟ ਲਿਖਦੇ ਨੇ, ਬੜੇ ਲੰਬੇ ਅਰਸੇ ਬਾਅਦ ਇਹਨਾਂ ਦੀ ਦੂਜੀ ਕਿਤਾਬ ਆਈ ਹੈ ਔਰ ਬਹੁਤ ਘੱਟ ਲਿਖਣ ਵਾਲੇ ਸ਼ਾਇਰ ਕੁਦਰਤੀ ਹੈ ਕਿ ਉਹਨਾਂ ਦੇ ਵਿੱਚ ਉਤਾਵਲਾਪਨ ਨਹੀਂ। ਠਹਿਰੇ ਹੋਏ ਸ਼ਾਇਰ ਦਾ ਇਹ ਕੰਮ ਹੁੰਦਾ ਹੈ ਕਿ ਆਰਾਮ ਨਾਲ ਲਿਖਣਾ ਤੇ ਆਰਾਮ ਨਾਲ ਹੀ ਛਾਪਣਾ। ਔਰ ਵਿਜੇ ਵਿਵੇਕ ਉਹਨਾਂ ਕੋਲ ਅੱਜ ਅਸੀਂ ਵਿੱਚ ਵਿੱਚ ਕੁਝ ਉਹਨਾਂ ਦੇ ਸ਼ੇਅਰ ਵੀ ਸੁਣਾਂਗੇ, ਪਰ ਜ਼ਿਆਦਾ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਕੁਝ ਸਮਝਣ ਵਾਲਾ ਹੈ ਇਹਨਾਂ ਤੋਂ, ਖਾਸ ਕਰਕੇ ਕਵੀ ਕੌਣ ਹੈ ਅਤੇ ਉਸਦੀ ਸ਼ਾਇਰੀ ਕੀ ਹੈ ਤੇ ਜਗਤੀ ਬਿੰਬ ਕਿਵੇਂ ਰਹੱਸ ਦੇ ਗਵਾਹ ਬਣ ਜਾਂਦੇ ਹੈ। ਇਹ ਵੀ ਸਮਝਾਂਗੇ ਕਿ ਸ੍ਰਿਸ਼ਟੀ ਦਾ ਅਨੁਭਵ, ਤਰਕ ਵਿਤਰਕ, ਭਾਵਨਾਵਾਂ, ਇਹ ਸਾਰੀਆਂ ਸ਼ਾਇਰੀ ਦੀਆਂ ਉਪਮਾਵਾਂ ਕਿਵੇਂ ਬਣ ਜਾਂਦੀਆਂ ਨੇ। ਪਰ ਸਭ ਤੋਂ ਪਹਿਲਾਂ ਵਿਜੇ ਵਿਵੇਕ ਹੋਣਾ ਤੋਂ ਪਹਿਲੇ ਸਵਾਲ ਦਾ ਹੀ ਜਵਾਬ ਮੰਗਦੇ ਹਾਂ ਤਾਂ ਕਿ ਸਾਨੂੰ ਪਤਾ ਲੱਗੇ ਕਵੀ ਕੌਣ ਹੈ ਤੇ ਸ਼ਾਇਰੀ ਕੀ ਹੈ। ਵਿਜੇ ਵਿਵੇਕ ਜੀ, ਕਵੀ ਕੌਣ ਹੈ ਤੇ ਸ਼ਾਇਰੀ ਕੀ ਹੈ? ਸ਼ਾਇਰੀ ਤਾਂ ਮੇਰੀ ਸਮਝ ਮੁਤਾਬਕ ਕਾਇਨਾਤ ਦੇ ਕਣ ਕਣ ਵਿੱਚ ਪਹਿਲਾਂ ਹੀ ਮੌਜੂਦ ਹੁੰਦੀ ਹੈ ਜੀ। ਉਹ ਇੱਕ ਜਿਸ ਤਰ੍ਹਾਂ ਇੱਕ ਸਿਗਨਲ ਹੈ ਜਿਹੜਾ ਹਰੇਕ ਵੇਲੇ ਅਵੇਲੇਬਲ ਹੁੰਦਾ ਤੇ ਕਦੇ ਕੋਈ ਉਸ ਸਿਗਨਲ ਨੂੰ ਪਕੜਨ ਵਾਲਾ ਰਿਸੀਵਰ ਮਨੁੱਖ ਦੇ ਰੂਪ ਵਿੱਚ ਪੈਦਾ ਹੋ ਜਾਂਦਾ, ਜਿਹਦੇ ਰਾਹੀਂ ਕਵਿਤਾ ਲੰਘ ਕੇ ਆਪਣੇ ਆਪ ਨੂੰ ਸ਼ਾਬਦਿਕ ਚਿਨਾਤਮਿਕ ਰੂਪ ਦੇ ਵਿੱਚ ਪ੍ਰਗਟ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹ ਕਵੀ ਬਣ ਜਾਂਦਾ। ਔਰ ਕਵਿਤਾ ਤਾਂ ਪਹਿਲਾਂ ਹੀ ਆਦਿਕਾਲ ਤੋਂ ਕਵਿਤਾ ਹੈ ਹੀ ਆਦਿਕਾਲ ਫਿਨੋਮਨਾ। ਉਹ ਵੱਖਰੀ ਗੱਲ ਹੈ ਕਿ ਇਹ ਮਨੁੱਖ ਰਾਹੀਂ ਪ੍ਰਗਟ ਹੁੰਦੀ ਹੈ। ਮਨੁੱਖ ਰਾਹੀਂ ਪ੍ਰਗਟ ਹੁੰਦੀ ਹੈ, ਪਰ ਇਹ ਹਰੇਕ ਮਨੁੱਖ ਦੇ ਹਿੱਸੇ ਕਿਉਂ ਨਹੀਂ ਆਉਂਦੀ? ਹੁਣ ਕਈ ਸਵਾਲ ਹੁੰਦੇ ਆ ਇਸ ਤਰ੍ਹਾਂ ਦੇ ਜਿਨ੍ਹਾਂ ਦਾ ਕੋਈ ਮਤਲਬ ਠੋਸ ਜਵਾਬ ਨਹੀਂ ਹੁੰਦਾ। ਮੈਂ ਆਪਣੇ ਨਾਲ ਕੁਝ ਵਾਪਰਿਆ ਤਾਂ ਜੋ ਕੁਝ ਮੈਂ ਉਹਦੇ ਆਧਾਰ ਤੇ ਮਤਲਬ ਇਹ ਗੱਲ ਕਹਿ ਸਕਦਾ ਵੀ ਇਹ ਕਿਉਂ ਨਹੀਂ ਮਤਲਬ ਹਰੇਕ ਮਨੁੱਖ ਦੇ ਹਿੱਸੇ ਆਉਂਦੀ। ਤਾਂ ਜਿਹੜੀਆਂ ਕੋਮਲ ਕਲਾਵਾਂ ਇਹ ਵੈਸੇ ਵੀ ਮਤਲਬ ਜਾਣੀ ਹਰੇਕ ਮਨੁੱਖ ਦੇ, ਹੁਣ ਗਾਇਕ ਕਿਹੜਾ ਹਰੇਕ ਮਨੁੱਖ ਬਣ ਸਕਦਾ, ਭਾਵੇਂ ਉਹ ਗੁਣਗੁਣਾਉਂਦਾ ਹਰੇਕ ਰਵੇ। ਕਵਿਤਾ ਵਰਗੀਆਂ ਗੱਲਾਂ ਵੀ ਮਤਲਬ ਜਾਣੀ ਆਪਾਂ ਕਰਦੇ ਰਹਿੰਦੇ ਹਾਂ, ਪਰ ਫਿਰ ਵੀ ਮਤਲਬ ਜਾਣੀ ਕਵੀ ਕੋਈ ਹੁੰਦਾ। ਮੈਂ ਆਪਣੇ ਬਾਰੇ ਦੱਸ ਦਿੰਦਾ ਕਿ ਮੈਂ ਕਦੇ ਨਹੀਂ ਸੀ ਸੋਚਿਆ ਮੈਂ ਕਵੀ ਬਣੂੰਗਾ। ਅਚਾਨਕ ਇੱਕ ਕਿਤਾਬ ਬਿਸਮਿਲ ਫਰੀਦਕੋਟੀ ਹੋਰਾਂ ਦੀ ਮੇਰੇ ਹੱਥ ਲੱਗੀ, ਉਹ ਮੈਂ ਪੜ੍ਹੀ ਤਾਂ ਮੈਨੂੰ ਜਿਵੇਂ ਇੱਕ ਚਿਣਗ ਮਿਲ ਗਈ ਤੇ ਉਸ ਤੋਂ ਕੁਝ ਸਮਾਂ ਬਾਅਦ ਹੀ ਮੈਂ ਆਪਣੇ ਆਪ ਨੂੰ ਕਵੀ ਦੇ ਤੌਰ ਤੇ ਜਾਣਿਆ, ਵੇਖ ਲਿਆ। ਉਸੇ ਦਿਨ ਹੀ ਮਤਲਬ ਜਾਣੀ ਕਿ ਜਿੱਦਣ ਪਹਿਲੇ ਮੇਰੀ ਕਵਿਤਾ ਹੋਈ ਉਸ ਦਿਨ ਮੈਂ ਕਵੀ ਦੇ ਤੌਰ ਤੇ ਆਪਣੇ ਆਪ ਨੂੰ ਜਾਣ ਲਿਆ। ਇਹ ਮੇਰਾ ਆਪਣਾ ਅਨੁਭਵ ਹੈ। ਕਿਸੇ ਹੋਰ ਦੇ ਅਨੁਭਵ ਇਸ ਤੋਂ ਕੁਝ ਵੱਖਰੇ ਤਰ੍ਹਾਂ ਦੇ ਵੀ ਹੋ ਸਕਦੇ ਆ। ਤੁਹਾਡੀ ਸ਼ਾਇਰੀ ਬਾਰੇ ਕਾਫੀ ਗੱਲਾਂ ਹੁੰਦੀਆਂ, ਜਿੱਥੇ ਵੀ ਕਿਤੇ ਸਾਹਿਤਕ ਸੱਥ ਦੇ ਵਿੱਚ ਬੈਠਦੇ ਆ ਤਾਂ ਉੱਥੇ ਚਰਚਾ ਹੁੰਦੀ ਹੈ ਔਰ ਕਈ ਬਹੁਤ ਹੈਰਾਨ ਹੁੰਦੇ ਆ ਕਿ ਕੀ ਇਸ ਤਰ੍ਹਾਂ ਦੀ ਸ਼ਾਇਰੀ ਹੋ ਸਕਦੀ ਹੈ। ਕੋਈ ਇਸ ਸ਼ਾਇਰੀ ਨੂੰ ਆਪਣੇ ਆਪਣੇ ਹਿਸਾਬ ਨਾਲ ਸਾਰੇ ਤਸ਼ਬੀਹ ਦਿੰਦੇ ਆ। ਕੋਈ ਇਹਨੂੰ ਸ਼ਾਇਰੀ ਨੂੰ ਫਕੀਰਾਂ ਦੀ, ਸੂਫੀਆਂ ਵਰਗੀ ਸ਼ਾਇਰੀ, ਕੋਈ ਇਸ ਨੂੰ ਦੁਨਿਆਵੀ ਸ਼ਾਇਰੀ, ਕੋਈ ਕੁਝ ਤਸ਼ਬੀਹ ਦਿੰਦਾ, ਕੋਈ ਕੁਝ ਤਸ਼ਬੀਹ ਦਿੰਦਾ ਹੈ। ਪਰ ਜੇ ਮੈਂ ਤੁਹਾਡੇ ਤੋਂ ਪੁੱਛਣਾ ਹੋਵੇ, ਇੱਕ ਸ਼ਬਦ ਵਿਚਾਲੇ ਸ਼ਬਦ ਤੁਸੀਂ ਬੋਲਿਆ ਜੀ, ਕੋਈ ਸੂਫੀਆਂ ਵਰਗੀ, ਦੂਸਰੀ ਕਿਹੜੀ? ਜਿਹੜੇ ਸੰਤ ਬਾਣੀ ਵਰਗੀ ਸ਼ਾਇਰੀ। ਓਕੇ, ਅੱਛਾ। ਤੇ ਜੇ ਮੈਂ ਤੁਹਾਨੂੰ ਇਹ ਪੁੱਛਣਾ ਹੋਵੇ ਕਿ ਵਿਜੇ ਵਿਵੇਕ ਦੀ ਸ਼ਾਇਰੀ ਇੰਦਰੀ ਬੋਧ ਦੀ ਸ਼ਾਇਰੀ ਹੈ ਕਿ ਅਨੁਭੂਤੀ ਦੀ ਸ਼ਾਇਰੀ ਹੈ, ਤਾਂ ਤੁਸੀਂ ਕੀ ਕਹੋਗੇ? ਕਵਿਤਾ ਜਦੋਂ ਕਵੀ ਨੂੰ ਚੁਣ ਲੈਂਦੀ ਹੈ ਤਾਂ
ਉਸ ਤੋਂ ਬਾਅਦ ਉਹ ਕਵੀ ਦੇ ਜਿਹੜਾ ਇੰਦਰੀਆਂ ਦੀ ਵੀ ਵਰਤੋਂ ਕਰਦੀ ਹੈ, ਉਹਦੀ ਮੈਮਰੀ ਦੀ ਵੀ ਵਰਤੋਂ ਕਰਦੀ ਹੈ, ਉਹਦੀ ਮਾਨਸਿਕ ਬਣਤਰ ਦੀ ਵਰਤੋਂ ਕਰਦੀ ਹੈ, ਈਵਨ ਕਿ ਉਹਦੀ ਜਿਹੜੀ ਬੋਡੀ ਲੈਂਗੁਏਜ ਹੈ ਉਹਦੀ ਵੀ ਵਰਤੋਂ ਕਰਦੀ ਹੈ। ਇਹਨੂੰ ਇਸ ਤਰ੍ਹਾਂ ਦੀ ਵਾਲ ਵਰਗੀ ਲਕੀਰ ਖਿੱਚਣੀ ਬਹੁਤ ਮੁਸ਼ਕਿਲ ਹੈ। ਅੰਦਰਿਆਵੀ ਤੇ ਅਨੁਭੂਤੀ ਦੀ ਸ਼ਾਇਰੀ ਦੇ ਬਾਰੇ ਮੈਨੂੰ ਕੋਈ ਬਹੁਤਾ ਮਤਲਬ ਫਰਕ ਨਹੀਂ ਲੱਗਦਾ। ਇੰਦਰੀਆਂ ਨੂੰ ਵੀ ਮਤਲਬ ਕਵਿਤਾ ਵਰਤਦੀ ਹੈ। ਜਿਹੜਾ ਹੁਣ ਸ਼ਬਦ ਹੈ ਮੇਰੇ ਮਾਈਂਡ ਦੇ ਵਿੱਚ ਪਹਿਲਾਂ ਕਿਤੇ ਪਏ, ਵੈਸੇ ਤਾਂ ਜਾਣੀ ਵੀ ਉਹ ਸਥਿਤੀ ਵੀ ਮਾਈਂਡ ਦੇ ਵਿੱਚ, ਹਰ ਮਨ ਹੀ ਵੈਸੇ ਸਥਿਤੀ ਵੀ ਮਨ ਹੈ, ਅਸੀਂ ਆਪਣੇ ਭਰਮ ਕਰਕੇ ਇਹਨੂੰ ਮਤਲਬ ਨਿਖੇੜ ਲੈਂਦੇ ਆ। ਸ਼ਬਦ ਵੀ ਉੱਥੇ ਪਏ ਆ, ਉਹਨਾਂ ਸ਼ਬਦਾਂ ਨੂੰ ਵੀ ਕਵਿਤਾ ਵਰਤਦੀ ਹੈ। ਕਦੇ ਮੇਰੀ ਕਵਿਤਾ ਦੇ ਵਿੱਚ ਕੋਈ ਜਾਪਾਨੀ ਭਾਸ਼ਾ ਦਾ ਸ਼ਬਦ ਨਹੀਂ ਆਊਗਾ, ਉਹ ਜਿਹੜੇ ਪਹਿਲਾਂ ਮੇਰੀ ਮੈਮਰੀ ਦੇ ਵਿੱਚ ਮੌਜੂਦ ਹੈ ਉਹੀ ਆਉਣਗੇ। ਫਿਰ ਮੇਰੀਆਂ ਇੰਦਰੀਆਂ ਮੇਰੇ ਰਾਹੀਂ ਮਤਲਬ ਜਾਣੀ ਕਿ ਜੋ ਮੈਂ ਅੰਦਰ ਮੇਰੇ ਮਤਲਬ ਜਾਂਦਾ ਹੈ ਉਹ ਵੀ ਵਰਤਿਆ। ਮੇਰੇ ਇੱਕ ਮਾਨਸਿਕ ਸੰਰਚਨਾ ਤਿਆਰ ਹੁੰਦੀ ਹੈ। ਮੈਂ ਇੰਦਰੀਆਂ ਰਾਹੀਂ ਸੰਸਾਰ ਕੋਲੋਂ ਜੋ ਕੁਛ ਮਤਲਬ ਜਾਣੀ ਕਿ ਬਿਨ ਹੈ, ਜੋ ਲੈਣਾ ਹੈ, ਜੋ ਮੈਂ ਅਨੁਭਵ ਕਰਦਾ, ਉਹਦੇ ਨਾਲ ਮੇਰਾ ਮਾਨਸਿਕਤਾ ਦੀ ਸੰਰਚਨਾ ਹੁੰਦੀ ਹੈ, ਉਹਨੂੰ ਵੀ ਕਵਿਤਾ ਵਰਤਦੀ ਹੈ। ਜਾਂ ਮੇਰੇ ਜਿਹੜਾ ਸਰੀਰਕ ਜਾਂ ਮਤਲਬ ਜਾਣੀ ਕਿ ਮੇਰਾ ਸੁਭਾਅ ਹੈ, ਜਿਹੜੇ ਮੇਰੇ ਜੈਨੇਟਿਕ ਮੈਮਰੀ ਹੈ, ਉਹਨੂੰ ਵੀ ਕਵਿਤਾ ਮਤਲਬ ਯੂਜ਼ ਕਰ ਲੈਂਦੀ ਹੈ। ਹੁਣ ਤੁਸੀਂ ਦੇਖੋ ਹਿਸਾਬ ਕਿਤਾਬ ਜਾਂ ਵੀ ਜੇ ਕਿਤੇ ਵੀ ਸਾਨੂੰ ਦੋਵਾਂ ਨੂੰ, ਮੈਨੂੰ ਤੇ ਗੁਰਤੇਜ ਕੁਹਾਰਵਾਲਾ ਨੂੰ ਮਤਲਬ ਕੋਈ ਨਾ ਜਾਣਦਾ ਹੋਵੇ ਬੰਦਾ, ਜਿਹਨੇ ਕਦੇ ਵੇਖਿਆ ਨਾ ਹੋਵੇ, ਤੇ ਉਹ ਜਦੋਂ ਮਤਲਬ ਉਹਨੇ ਗੁਰਤੇਜ ਦੀ ਕਵਿਤਾ ਵੀ ਪੜ੍ਹੀ ਹੋਵੇ ਤੇ ਮੇਰੀ ਕਵਿਤਾ ਵੀ ਪੜ੍ਹੀ ਹੋਵੇ ਤੇ ਦੋਵੇਂ ਦੂਰੋਂ ਤੁਰੇ ਜਾਣ ਆ ਰਹੇ ਹੋਈਏ, ਤਾਂ ਬੜਾ ਸੁਭਾਵਿਕ ਜਿਹਾ ਵੀ ਬੰਦਾ ਪਛਾਣ ਲੂ ਵੀ ਉਹ ਜਿਹੜਾ ਫਲਾਂ ਬੰਦਾ ਵੀ ਉਹ ਗੁਰਤੇਜ ਹੈ, ਉਹ ਜਿਹੜਾ ਦੂਸਰਾ ਬੰਦਾ ਉਹ ਵਿਜੇ ਵਿਵੇਕ ਹੈ। ਤੇ ਕਿਉਂਕਿ ਉਹ ਜਿਹੜਾ ਮੇਰੀ ਤੋਰ ਦੇ ਵਿੱਚ ਵੀ ਉਹ ਵੀ ਕਵਿਤਾ ਨੇ ਆਪਣੇ ਅੰਦਰ ਮਤਲਬ ਜਾਣੀ ਸਮੋ ਲਈ ਹੋਈ ਆ। ਮੇਰੇ ਜਿਹੜੇ ਬਾਕੀ ਅੰਦਾਜ਼ ਜੈਸਚਰ ਸਾਰੇ ਉਹ ਕਵਿਤਾ ਨੇ ਆਪਣੇ ਅੰਦਰ ਸਮੋ ਲਏ ਹੋਏ ਆ। ਤੇ ਸਾਰੇ ਕਾਸੇ ਦੀ ਮਤਲਬ ਜਾਣੀ ਕਿ ਉਹਨੇ ਕਵਿਤਾ ਨੇ ਪੂਰੀ ਤਰ੍ਹਾਂ ਖੁੱਲ ਕੇ ਵਰਤੋਂ ਕੀਤੀ ਹੈ। ਔਰ ਮਤਲਬ ਜਾਣੀ ਇੱਕ ਸਵਾਲ ਇਹ ਵੀ ਹੋ ਸਕਦਾ ਹੈ ਕਿ ਵੀ ਗੁਰਤੇਜ ਕੁਹਾਰਵਾਲਾ ਤੇ ਵਿਜੇ ਵਿਵੇਕ ਦੇ ਨਾਂ ਉਹ ਇਸ ਗੱਲ ਤੇ ਪਛਾਣੇ ਜਾ ਸਕਦੇ ਆ ਵੀ ਵਿਜੇ ਇੱਕ ਮਤਲਬ ਜਾਣੀ ਕਿ ਵੀ ਹਿੰਦੂ ਬੈਕਗਰਾਊਂਡ ਚੋਂ ਆਇਆ ਹੋਇਆ ਨਾਂ ਹੈ, ਤੇ ਮਤਲਬ ਜਾਣੀ ਕਿ ਗੁਰਤੇਜ ਆ ਜਿਹੜਾ ਇੱਕ ਸਿੱਖ ਫੈਮਿਲੀ ਵਿੱਚ, ਸਿੱਖ ਬੈਕਗਰਾਊਂਡ ਵਿੱਚੋਂ ਮਤਲਬ ਆਇਆ ਹੋਇਆ ਨਾਂ ਹੈ। ਇਸ ਤਰ੍ਹਾਂ ਲੱਗ ਵੀ ਕੋਈ ਉਹ ਵੀ ਪਛਾਣ ਸਕਦਾ, ਪਰ ਨਹੀਂ ਜੇ ਤੂੰ ਉਲਟ ਵੀ ਹੋਵੇ ਵੀ ਮੈਂ ਮਤਲਬ ਜਾਣੀ ਪਗੜੀ ਧਾਰੀ ਹੋਵਾਂ ਤੇ ਉਹ ਗੁਰਤੇਜ ਮਤਲਬ ਜਾਣੀ ਕਿ ਮੇਰੀ ਤਰ੍ਹਾਂ ਹੋਵੇ, ਫਿਰ ਵੀ ਮਤਲਬ ਜਾਣੀ ਕਿ ਜਿਹੜਾ ਕੋਈ ਡੂੰਘੀ ਨੀਝ ਨਾਲ ਜਿਹੜਾ ਪੜ੍ਹਨ ਵਾਲਾ ਬੰਦਾ ਹੋਊਗਾ ਉਹ ਪਛਾਣਦਾ। ਕਵੀ ਦੀ ਸਾਰੀ ਮਤਲਬ ਜਾਣੀ ਕਿ ਜੋ ਸੰਰਚਨਾ ਹੈ ਉਹਦੀ, ਸਰੀਰ ਦੀ, ਉਹਦੀ ਮਾਨਸਿਕਤਾ ਦੀ, ਉਹਦੇ ਰੂਹ ਤਾਂ ਮਤਲਬ ਸੰਰਚਨਾ ਤੋਂ ਥੋੜੀ ਜਿਹੀ ਦੂਰ ਨਿਕਲ ਜਾਂਦੀ ਹੈ ਚੀਜ਼। ਪਰ ਜਿੰਨੀ ਵੀ ਮਤਲਬ ਮੇਰਾ ਮੈਂ ਬਣਿਆ ਹੋਇਆ ਉਹ ਸਾਰੇ ਕਾਸੇ ਨੂੰ ਕਵਿਤਾ ਜਿਹੜੀ ਉਹ ਵਰਤਦੀ ਹੈ। ਤੋਂ ਅਨੁਭੂਤੀ ਦੀ ਤੇ ਇੰਦਰਿਆਵੀ ਕਵਿਤਾ ਨੂੰ ਅਲੱਗ ਕਰਕੇ ਨਹੀਂ ਮਤਲਬ ਵੇਖਿਆ ਜਾਂਦਾ। ਅਨੁਭੂਤੀ ਇੰਦਰੀਆਂ ਹੀ ਕਰਦੀਆਂ, ਇੰਦਰੀ ਉਹਨੂੰ ਵਿਖਾਇਆ ਨਹੀਂ ਜਾ ਸਕਦਾ। ਤੁਸੀਂ ਹਿੰਦੂ ਬੈਕਗਰਾਉਂਡ ਦੀ ਤੇ ਸਿੱਖ ਬੈਕਗਰਾਉਂਡ ਦੀ ਗੱਲ ਕੀਤੀ ਹੈ। ਹਾਂ, ਮੈਂ ਚਾਹੁੰਦਾ ਸੀ ਕਿ ਇਹਨੂੰ ਤੁਸੀਂ ਥੋੜਾ ਜਿਹਾ ਜੇ ਇੱਕ ਵਿਸਥਾਰ ਦਿਓ, ਕਿਉਂਕਿ ਇਹ ਗੱਲ ਆਪਣੇ ਆਪ 'ਚ ਬਹੁਤ ਮਹੱਤਵਪੂਰਨ ਹੈ। ਜੇ ਤੁਹਾਡੇ ਦਿਮਾਗ 'ਚ ਆਈ ਹੈ ਕਿ ਗੁਰਤੇਜ ਨੂੰ ਕੋਈ ਮੈਂ ਸਿਰਫ ਸਰੀਰਕ ਦਿੱਖ ਜੰਮਣ ਜਿਹੜੀ ਆਊਟਲੁੱਕ ਆ ਉਹ ਉਸ ਸੰਦਰਭ ਵਿੱਚ ਕੀਤੀ ਹੈ। ਵੈਸੇ ਕੋਈ ਮਤਲਬ ਹੋਰ ਤਾਂ ਮਤਲਬ ਵੀ ਬੜੇ ਇੱਕ ਵਿਜੇ ਜਿਹੜੇ ਨਾਮ ਹੈ ਉਹ ਕਿਸੇ ਮਤਲਬ ਬਹੁਤ ਘੱਟ ਐਕਸੈਪਸ਼ਨਲ ਕੇਸ ਹੋਣਗੇ ਵੀ ਇਸ ਤਰ੍ਹਾਂ ਦੇ ਵੀ ਕਿਸੇ ਮਤਲਬ ਜਾਣੀ ਕਿ ਸਿੱਖਾਂ ਦੇ ਮੁੰਡੇ ਦਾ ਨਾਂ ਵਿਜੇ ਸਿੰਘ ਜਾਂ ਮਤਲਬ ਹੋਵੇ, ਜਾਂ ਇਸ ਤਰ੍ਹਾਂ ਦਾ ਵੀ ਕੋਈ ਹੋ ਸਕਦਾ ਕਿਸੇ ਹਿੰਦੂਆਂ ਦੇ ਮੁੰਡੇ ਦਾ ਨਾਂ ਵੀ ਗੁਰਤੇਜ ਕੁਮਾਰ ਜਾਂ ਗੁਰਤੇਜ ਰਾਮ ਹੋ ਸਕਦਾ। ਪਰ ਨਹੀਂ, ਮਤਲਬ ਮੈਂ ਸਿਰਫ ਬਾਹਰੀ ਜਿਹੜੀ ਦੇਖ ਹੈ ਪਗੜੀ ਧਾਰੀ ਬੰਦੇ ਦੀ, ਜਾਂ ਮਤਲਬ ਉਹਦੇ ਮੈਂ ਇਹ ਗੱਲ ਕੀਤੀ ਸਿਰਫ ਵੀ ਬੰਦਾ ਨਾਵਾਂ ਤੋਂ ਪਛਾਣ ਸਕਦਾ ਵੀ ਗੁਰਤੇਜ ਦਾ ਆਊਟਲੁੱਕ ਕਿਸ ਤਰ੍ਹਾਂ ਦੀ ਹੋ ਸਕਦੀ ਹੈ, ਵਿਜੇ ਦੀ ਕਿਸ ਤਰ੍ਹਾਂ ਦੀ ਹੋ ਸਕਦੀ ਹੈ। ਵੈਸੇ ਮਤਲਬ ਜਾਣੀ ਕੋਈ ਹਿੰਦੂ ਸਿੱਖ ਦਾ ਮਾਮਲਾ ਨਹੀਂ ਸੀ। ਮੈਂ ਬਿਲਕੁਲ, ਮੈਂ ਤਾਂ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਕਈ ਵਾਰ ਕਿਸੇ ਨੂੰ ਕੋਈ ਗਲਤਫਹਿਮੀ ਹੋ ਜਾਂਦੀ ਹੈ ਇੱਕ ਗੱਲ ਤੋਂ। ਲੇਕਿਨ ਜਿਹੜੀ ਗੱਲ ਕਰ ਰਹੇ ਸੀ ਅਸੀਂ ਇੰਦਰੀ ਬੋਧ ਦੀ ਗੱਲ ਕਰ ਰਹੇ ਸੀ,
ਅਸੀਂ ਅਨੁਭੂਤੀ ਦੀ ਗੱਲ ਕਰ ਰਹੇ ਸੀ। ਇੰਦਰੀ ਬੋਧ ਨੂੰ ਤੁਸੀਂ ਕਾਫੀ ਖੁੱਲ ਕੇ ਤੁਸੀਂ ਬੋਲਤਾ ਹੈ ਇੰਦਰੀ ਬੋਧ ਬਾਰੇ, ਪਰ ਮੈਂ ਥੋੜਾ ਜਿਹਾ ਇਹਨੂੰ ਇਸ ਕਰਕੇ ਜਾਣਨਾ ਚਾਹੁੰਦਾ, ਜਿਹੜੀ ਤੁਹਾਡੀ ਸ਼ਾਇਰੀ ਹੈ ਇਹ ਵੱਖਰੀ ਤਰਜ਼ ਦੀ ਸ਼ਾਇਰੀ ਹੈ ਬਿਲਕੁਲ ਹੀ। ਬਿਲਕੁਲ ਹੀ ਜਿਵੇਂ ਅਸੀਂ ਸ਼ਿਵ ਕੁਮਾਰ ਬਟਾਲਵੀ ਨੂੰ ਇੱਕ ਵੱਖਰੀ ਤਰਜ਼ ਦਾ ਸ਼ਾਇਰ ਮੰਨਦੇ ਹਾਂ, ਇਸ ਤਰ੍ਹਾਂ ਦੀ ਸ਼ਾਇਰੀ ਕਰਨ ਵਾਲੇ ਕਿਸੇ ਵੀ ਭਾਸ਼ਾ ਦੇ ਵਿੱਚ ਬਹੁਤ ਘੱਟ ਪੈਦਾ ਹੋਏ ਆ। ਜੇ ਅਸੀਂ ਪਿਛਲੀ 1 ਸਦੀ ਦੀ ਜਾਂ ਅਸੀਂ 2 ਸਦੀਆਂ ਦੀ ਵੀ ਗੱਲ ਕਰ ਲਈਏ, ਜਾਂ ਅਸੀਂ 4 ਸਦੀਆਂ ਦੀ ਵੀ ਗੱਲ ਕਰ ਲਈਏ, ਜਾਂ ਅਸੀਂ 1000 ਸਦੀ ਦੀ ਗੱਲ ਕਰ ਲਈਏ, ਤਾਂ ਬਹੁਤ ਘੱਟ ਉਹਦੇ ਵਿੱਚੋਂ, ਬਹੁਤ ਧਰਤੀ ਦੀ ਵਿਸ਼ਾਲ ਵਸੋਂ ਦੇ ਵਿੱਚੋਂ ਬਹੁਤ ਘੱਟ ਸ਼ਾਇਰ ਇਸ ਤਰ੍ਹਾਂ ਦੇ ਸ਼ਾਇਰ ਹੋਏ ਆ ਜਿਹੜੀ ਆਪਣੀ ਕਿਸਮ ਦੀ ਤਰਜ਼ ਆ। ਤੁਹਾਡੀ ਸ਼ਾਇਰੀ ਦੀ ਤਰਜ਼ ਕਿਸੇ ਦੇ ਨਾਲ ਮਿਲਦੀ ਨਹੀਂ, ਔਰ ਇਸ ਤਰ੍ਹਾਂ ਦੀ ਸ਼ਾਇਰੀ ਨੂੰ ਰਿਸੀਵ ਕਰਨਾ ਇੰਦਰੀਆਂ ਵੱਲੋਂ ਔਰ ਉਸੇ ਰੂਪ ਦੇ ਵਿੱਚ ਪੇਸ਼ ਕਰਨਾ, ਮੈਂ ਇਹ ਨਹੀਂ ਕਹਿੰਦਾ ਕਿ ਉਹਦੇ ਵਿੱਚ ਅਨੁਭੂਤੀ ਨਹੀਂ ਹੋਏਗੀ। ਜਗਤੀ ਇੰਦਰੀਆਂ ਆਪਾਂ ਗੱਲ ਥੋੜੀ ਜਿਹੀ ਹੋਰ ਕਲੀਅਰ ਕਰ ਦਈਏ, ਪਰ ਜਿਹੜੀ ਆਪਾਂ ਗੱਲ ਛੇੜ ਬੈਠੇ ਆ ਇਹ ਕਰਨੀ ਵੀ ਬਹੁਤ ਔਖੀ ਹੈ ਤੇ ਇਹਨੂੰ ਸਮਝਣਾ ਵੀ ਮਤਲਬ ਕਾਫੀ ਔਖਾ। ਜੜੇ ਖਣੇ ਦੇ ਵੱਸ ਦਾ ਮਤਲਬ ਗੱਲ ਨਹੀਂ ਜਿਹੜੀ ਗੱਲ ਮੈਂ ਕਰ ਰਿਹਾ, ਔਰ ਮੇਰੀ ਗੱਲ ਨੂੰ ਹਮੇਸ਼ਾ ਟਾਲ ਦਿੱਤਾ ਜਾਂਦਾ। ਵੱਡੇ ਵੱਡੇ ਵਿਦਵਾਨਾਂ ਨੇ ਮੇਰੇ ਬਾਰੇ ਲਿਖ ਲਿਖ ਕੇ, ਮੇਰੀ ਕਵਿਤਾ ਦੀ ਤਾਰੀਫ ਕਰਕੇ, ਮੇਰੀ ਮਤਲਬ ਜਾਣੀ ਕਿ ਸਾਰੀ ਗੱਲਬਾਤ ਕਰਕੇ ਮਤਲਬ ਅਖੀਰ ਤੇ ਇਹ ਵੀ ਕਹਿਤਾ ਵੀ ਉਹ ਕਵੀ ਤਾਂ ਬਹੁਤ ਵਧੀਆ, ਉਹ ਕਵਿਤਾ ਵੀ ਬਹੁਤ ਵਧੀਆ ਲਿਖਦਾ ਹੈ, ਉਹਦਾ ਅੰਦਾਜ਼ ਵੀ ਬਹੁਤ ਅੱਛਾ ਹੈ, ਉਹਦਾ ਤੱਤ ਵੀ ਕਵਿਤਾ ਦਾ ਵਧੀਆ। ਪਰ ਜਦੋਂ ਵੀ ਕਵਿਤਾ ਦੀ ਕਿਤੇ ਗੱਲ ਵੀ ਉਹ ਕਵਿਤਾ ਬਾਰੇ ਆਪਣੇ ਕੋਈ ਟਿੱਪਣੀਆਂ ਕਰਨ ਲੱਗਦਾ ਜਾਂ ਆਪਣੇ ਵਿਚਾਰ ਕਵਿਤਾ ਬਾਰੇ ਪ੍ਰਗਟ ਕਰ ਦਿੰਦਾ, ਤੇ ਵੀ ਮੈਂ ਉਹ ਮਤਲਬ ਕਿ ਮੈਂ ਪਾਸੇ ਦੀ ਲੰਘ ਜਾਂਦਾ। ਇੱਕ ਤਰ੍ਹਾਂ ਕੁਝ ਇਸ ਤਰ੍ਹਾਂ ਦੀ ਸੈਂਸ ਮਤਲਬ ਜਾਣੀ ਕਿ ਇਹ ਕੀਤੀ ਗਈ, ਤੁਹਾਨੂੰ ਪਤਾ ਇਸ ਗੱਲ ਦਾ ਵੀ ਕਿਉਂਕਿ ਇਹਨੂੰ ਸਮਝਣ ਵਾਸਤੇ ਮੈਨੂੰ ਤਿਆਰ ਨਹੀਂ ਹੈ ਜਿਹੜਾ ਸਾਡਾ ਮੇਰੇ ਆਲੇ ਦੁਆਲੇ ਦਾ ਜਿਹੜਾ ਇਸ ਵੇਲੇ ਇੰਟੈਲੀਜੈਂਸੀਆ ਹੈ, ਜਿਹੜਾ ਬੁੱਧੀਜੀਵੀ ਖੇਤਰ ਹੈ ਮੇਰੇ ਇਸ ਵੇਲੇ, ਉਹ ਗੱਲ ਨੂੰ ਕਿਉਂਕਿ ਇੱਕ ਖਾਸ ਕਿਸਮ ਦੀ ਜਿਹੜੀ ਇੱਕ ਖਾਸ ਫਿਲਾਸਫੀ ਨੇ ਸਾਡੇ ਬੁੱਧੀਜੀਵੀ ਵਰਗ ਨੂੰ ਤੇ ਮਤਲਬ ਗਲਬਾ ਪੈ ਚੁੱਕਿਆ ਉਹਦਾ, ਤੇ ਉਹ ਗਲਬੇ ਨੂੰ ਮੈਂ ਨਹੀਂ ਕਹਿੰਦਾ ਵੀ ਉਹ ਮਾੜੀ ਫਿਲਾਸਫੀ ਹੈ ਜਾਂ ਵੀ ਉਹਦਾ ਕੋਈ ਫਾਇਦਾ ਹੀ ਨਹੀਂ ਹੋਇਆ ਉਹਨੇ ਜੋ ਤਾਂ, ਪਰ ਉਹ ਜਿੰਨਾ ਕੁ ਫਾਇਦਾ ਕਰਤਾ ਹੋ ਸਕਦਾ ਮੇਰੀ ਬੁੱਧੀ ਤੁੱਛ ਬੁੱਧੀ ਮੁਤਾਬਕ ਉਸ ਤੋਂ ਬਾਅਦ ਨੁਕਸਾਨ ਮਤਲਬ ਉਹਦਾ ਕਰ ਦਿੱਤਾ ਹੋਵੇ, ਤਾਂ ਉਹ ਮਤਲਬ ਇਸ ਤਰ੍ਹਾਂ ਦਾ ਸਾਡਾ ਜਿਹੜਾ ਮੇਰੇ ਸਮਕਾਲੀ ਆਸੇ ਪਾਸੇ ਜੋ ਮਤਲਬ ਜਾਣੀ ਵਿਦਵਾਨ ਬੈਠੇ ਜਿਨ੍ਹਾਂ ਨਾਲ ਮੈਂ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ, ਉਹ ਮੇਰੀ ਗੱਲ ਨੂੰ ਅਕਸਰ ਮਤਲਬ ਟਾਲ ਜਾਂਦੇ ਆ। ਮੈਂ ਬਹੁਤ ਵਾਰੀ ਵੱਡੇ ਲੋਕਾਂ ਨਾਲ ਜਿਹੜੇ ਜਿਨ੍ਹਾਂ ਨੂੰ ਮੈਂ ਬਹੁਤ ਵੱਧ ਸਤਿਕਾਰ ਦਿੰਦਾ, ਕਦੇ ਸਫ਼ਰ 'ਚ ਜਾਂਦੇ ਆ ਕਾਰ 'ਚ, ਕਦੇ ਹੋਰ ਥਾਵਾਂ ਤੇ ਮੈਂ ਇਹ ਆਪਣੀ ਗੱਲ ਰੱਖਣ ਦਾ ਯਤਨ ਕੀਤਾ, ਪਰ ਮਤਲਬ ਜਾਣੀ ਕਿ ਉਹਨਾਂ ਨੇ ਕੰਨ ਨਹੀਂ ਧਰਿਆ ਇਸ ਗੱਲ ਤੇ। ਇਹਦੇ ਪਿੱਛੇ ਮੈਨੂੰ ਪਤਾ ਵੀ ਹੈ ਵੀ ਉਹ ਸੁਣਨੀ ਨਹੀਂ ਚਾਹੁੰਦੇ ਮੇਰੀ ਗੱਲ। ਕਿ ਇੱਕ ਬੰਦੇ ਨੇ ਕਿਹਾ ਸੀ ਵੀ ਇੱਕ ਤਸ਼ੱਦਦ ਕਰਦਾ, ਤਸ਼ੱਦਦ ਸੁਭਾਵਿਕ ਹੈ, ਯਾਨੀ ਕਿ ਜਦੋਂ ਤੁਹਾਡੀ ਪੇਪੜੀ ਤੇ ਕੋਈ ਸੱਟ ਵੱਜਦੀ ਹੈ, ਜਿਹੜੀ ਤੁਸੀਂ ਇੱਕ ਹੋਂਦ ਬਣਾਈ ਹੈ ਉਹਦੀ ਜਿਹੜੀ ਪੇਪੜੀ ਤੇ ਕੋਈ ਮਤਲਬ ਜਾਣੀ ਚੋਟ ਕਰਨ ਦੀ ਕੋਸ਼ਿਸ਼ ਕਰਦਾ, ਤੁਹਾਨੂੰ ਲੱਗਦਾ ਤਸ਼ੱਦਦ। ਤੋ ਇੰਦਰਿਆਵੀ ਜਿਹੜੀ ਮੈਂ ਗੱਲ ਕਰਦਾ ਵੀ ਇੰਦਰੀਆਂ ਕਦੇ ਵੀ ਮਤਲਬ ਕਵਿਤਾ ਤੱਕ ਨਹੀਂ ਪਹੁੰਚ ਸਕਦੀਆਂ, ਪਰ ਵਾਇਸ ਵਰਸਾ ਜਦੋਂ ਕਵਿਤਾ ਲੰਘਣ ਮਤਲਬ ਤੁਹਾਡੇ ਵਿੱਚ ਦੀ ਮਤਲਬ ਲੰਘਣ ਦੀ ਮਤਲਬ ਜਾਣੀ ਕੋਸ਼ਿਸ਼ ਕਰਦੀ ਹੈ, ਜਦੋਂ ਕਵਿਤਾ ਇੱਕ ਸ਼ਾਇਰ ਨੂੰ ਆਪਣੇ ਪ੍ਰਗਟਾ ਦਾ ਮਾਧਿਅਮ ਬਣਾਉਂਦੀ ਹੈ, ਉਦੋਂ ਉਹਦੀਆਂ ਇੰਦਰੀਆਂ ਦੀ ਉਹਦੀ ਮੈਮਰੀ ਦੀ, ਉਹਦੇ ਜੋ ਬਲੱਡ ਦੇ ਵਿੱਚ ਉਹਦੀ ਸਾਰੀ ਜੋ ਜੈਨੇਟਿਕ ਮੈਮਰੀ ਤੋਂ ਲੈ ਕੇ ਵੀ ਉਹ ਕਿਸ ਤਰ੍ਹਾਂ ਦਾ ਰਿਸੀਵਰ ਹੈ, ਉਹ ਮਤਲਬ ਜਿਸ ਤਰ੍ਹਾਂ ਦਾ ਰਿਸੀਵਰ ਹੈ ਉਸ ਤਰ੍ਹਾਂ ਦੀ ਕਵਿਤਾ ਉਹਦੇ ਵਿੱਚ ਦੀ ਲੰਘ ਸਕਦੀ ਹੈ। ਤੇ ਜਿਹੜੀ ਇੰਦਰੀਆਂ ਰਾਹੀਂ ਬਣਾਈ ਕਵਿਤਾ ਤਾਂ ਮਤਲਬ ਕਵੀ ਮੈਂ ਉਹਨਾਂ ਨੂੰ ਮੰਨਦਾ ਹੀ ਨਹੀਂ ਨਾ, ਵੀ ਜਿਹੜੀ ਸਿਰਫ ਬਿਆਨ ਦੀ ਡਿਸਕ੍ਰਿਪਸ਼ਨ ਹੋਵੇ, ਜਿਹੜੀ ਤੁਸੀਂ ਮਤਲਬ ਬਿਆਨ ਤੋਂ ਬਾਹਰ ਜਾਣ ਵਾਲੇ ਬਹੁਤ ਘੱਟ ਕਵੀ ਹੁੰਦੇ ਆ। ਤੁਸੀਂ ਸ਼ਿਵ ਕੁਮਾਰ ਦੀ ਗੱਲ ਛੇੜੀ ਸੀ, ਹੁਣ ਕੁਛ ਲੋਕ ਹੋਰ ਨੇ 5-7 ਦਾ ਮੈਂ ਨਾਂ ਆਪਣੇ ਸਮਕਾਲੀਆਂ ਦਾ ਚਲੋ ਨਾਂ ਨੂੰ ਛੱਡੋ, ਵੀ ਜਿਹੜੇ ਬਿਆਨ ਨੂੰ ਤੋਂ ਬਾਹਰ ਜਾ ਕੇ ਗੱਲ ਕਰਦੇ, ਨਹੀਂ ਤਾਂ ਮਤਲਬ ਇੱਕ ਤਰ੍ਹਾਂ ਦੀ ਜਿਹੜੀ ਬਿਆਨ ਨੂੰ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਮਤਲਬ ਕਰ ਰਹੇ ਕਵੀ, ਉਹ ਇੰਦਰੀਆਂ ਦੀ ਪਕੜ ਚੋਂ ਨਾਲ ਮਤਲਬ ਜਿਹੜੀ ਉਹ ਪਹੁੰਚ ਕਰਦੇ ਕਵਿਤਾ ਤੱਕ, ਇੰਦਰੀਆਂ ਦੇ ਥਰੂ ਕਰਦੇ ਆ।
ਇਹ ਜਿਹੜਾ ਕਵੀ ਮੈਨੂੰ ਲੱਗਦਾ ਜਿਹੜਾ ਸੁੱਚਾ ਕਵੀ ਉਹ ਇੰਦਰੀਆਂ ਦੇ ਥਰੂ ਕਵਿਤਾ ਤੱਕ ਪਹੁੰਚ ਨਹੀਂ ਕਰਦਾ, ਬਲਕਿ ਕਵਿਤਾ ਉਧਰੋਂ ਆ ਕੇ ਉਹਦੀਆਂ ਇੰਦਰੀਆਂ ਨੂੰ ਮਤਲਬ ਬਣਾਉਂਦੀ ਆ ਆਪਣੇ ਪ੍ਰਗਟਾਅ ਦਾ ਮਾਧਿਅਮ। ਪਰ ਇੱਕ ਗੱਲ ਤੁਸੀਂ ਜਿਹੜੀ ਹੈ ਮੰਨੋਗੇ ਜਾਂ ਤੁਸੀਂ ਇਹਨੂੰ ਕਿਸੇ ਹੋਰ ਤਰੀਕੇ ਨਾਲ ਬਿਆਨ ਕਰੋਗੇ ਕਿ ਕਿਸੇ ਵੀ ਬੀਜ ਨੂੰ ਉਗਮਣ ਵਾਸਤੇ ਆਧਾਰ ਤਾਂ ਉਹਨੂੰ ਧਰਤੀ ਚਾਹੀਦੀ ਹੈ ਨਾ। ਇੱਕ ਸਵਾਲ ਹੈ ਨਾ ਕਿ ਕਵੀ ਮੈਂ ਕਵੀ ਇੰਦਰੀ ਦੇ ਨਾਲ ਮੈਂ ਬਹੁਤ ਸ਼ਬਦ ਵਰਤਿਆ ਇਸ ਕਰਕੇ ਕਿ ਹਾਂ ਜਿਹੜੀ ਇੰਦਰੀ ਬੋਧ ਦੀ ਕਵਿਤਾ ਆ ਉਹਦਾ ਤੇ ਇਕੱਲੀਆਂ ਇੰਦਰੀਆਂ ਦੀ ਕਵਿਤਾ ਜਿਹੜੀ ਹੈਗੀ ਹੈ ਉਹਨਾਂ ਦਾ ਅਲੱਗ-ਅਲੱਗ ਜਿਹੜਾ ਵਾਸਤਾ ਆ ਤੇ ਅਲੱਗ-ਅਲੱਗ ਬਿਆਨ ਹੈ ਉਹਦਾ ਉਸ ਕਵਿਤਾ ਦਾ। ਜਿਹੜੀ ਤੁਹਾਡੀ ਸ਼ਾਇਰੀ ਹੈ ਇਹ ਮੈਂ ਸ਼ਬਦ ਵਰਤਿਆ ਸੀ ਇੰਦਰੀ ਬੋਧ ਦੀ ਸ਼ਾਇਰੀ। ਇਹ ਵੱਖਰੀ ਗੱਲ ਹੈ, ਇਹਨੂੰ ਤੁਸੀਂ ਕਿਵੇਂ ਸਮਝੋਗੇ ਜਾਂ ਕਿਵੇਂ ਸਮਝਾਓਗੇ ਕਿ ਇੰਦਰੀ ਬੋਧ ਤੇ ਸ਼ਾਇਰੀ ਦੋਨੋਂ ਜਿਹੜੇ ਇਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ, ਦੋਨੋਂ ਇੱਕੋ ਨੇ ਜਾਂ ਦੋਨਾਂ ਦਾ ਇਕੱਠਾ ਵਿਕਾਸ ਹੁੰਦਾ ਹੈ ਜਾਂ ਇਕੱਠਾ ਵਿਕਾਸ ਹੁੰਦਾ ਹੈ। ਲੇਕਿਨ ਇਹਦੇ ਬਾਵਜੂਦ ਕਿਸੇ ਵੀ ਬੀਜ ਨੂੰ ਪੁੰਗਰਨ ਵਾਸਤੇ ਚਾਹੇ ਉਹ ਕਵਿਤਾ ਪੁੰਗਰਨੀ ਹੋਵੇ ਜਾਂ ਕੋਈ ਬੀਜ ਹੋਰ ਬੂਟਾ ਪੁੰਗਰਨਾ ਹੋਵੇ ਉਹਦਾ ਆਧਾਰ ਤਾਂ ਕੋਈ ਹੋਊਗਾ ਨਾ। ਹਾਂ ਨਹੀਂ, ਆਧਾਰ ਅਸਤਿਤਵ ਹੈ, ਆਧਾਰ ਅਸਤਿਤਵ ਹੀ ਹੈ। ਬਿਨਾ ਮਤਲਬ ਯੂਨੀਵਰਸ ਦਾ ਕੋਈ ਵੀ ਕਿਣਕਾ ਛੋਟੇ ਤੋਂ ਛੋਟਾ ਜਾਂ ਮਤਲਬ ਵੱਡੇ ਤੋਂ ਵੱਡੀ ਕੋਈ ਇਕਾਈ ਆਪਣੇ ਆਪ ਚ ਕਿਤੇ ਕੁਛ ਵੀ ਨਹੀਂ। ਹੁਣ ਆਪਾਂ ਧਰਤੀ ਨੂੰ ਇਸ ਗੱਲ ਦਾ ਕਹਿ ਤਾਂ ਦਿੰਦੇ ਆ ਵੀ ਧਰਤੀ ਉਗਮਣ ਵਾਸਤੇ ਧਰਤੀ ਚਾਹੀਦੀ ਹੈ। ਧਰਤੀ ਵੀ ਤਾਂ ਮਤਲਬ ਆਪਣੇ ਆਲੇ ਦੁਆਲੇ ਦੇ ਜੋ ਸਾਰੇ ਜੋ ਮਤਲਬ ਜਾਣੀ ਕਿ ਇਕਾਈਆਂ ਯੂਨੀਵਰਸਲ ਦੀਆਂ ਉਹਨਾਂ ਦੇ ਵਿੱਚ ਹੀ ਮਤਲਬ ਜਾਣੀ ਇਹਦੀ ਪ੍ਰਸੰਗਿਕਤਾ ਹੈ, ਅਦਰਵਾਈਜ਼ ਨਹੀਂ ਹੋ ਸਕਦੀ। ਤਾਂ ਇੰਦਰੀ ਬੋਧ ਵੀ ਜਿਹੜਾ ਇੰਦਰੀ ਸ਼ਬਦ ਤੁਸੀਂ ਮਤਲਬ ਇੰਦਰੀ ਬੋਧ ਜਾਂ ਇੰਦਰੀਆਂ ਦੀ ਕਵਿਤਾ, ਮੈਨੂੰ ਐ ਲੱਗਦਾ ਤੁਸੀਂ ਇਹ ਕਹਿ ਰਹੇ ਗੱਲ ਉਹੀ ਕਰ ਰਹੇ ਹੋ ਤੁਸੀਂ, ਤੇ ਉਹਨੂੰ ਥੋੜਾ ਜਿਹਾ ਸ਼ਬਦਾਂ ਦੀ ਹੇਰ ਫੇਰ ਮਤਲਬ ਜਾਣੀ ਕਿ ਇੱਕ ਹੋ ਰਹੀ ਹੈ ਆਪਣੀ ਵੀ ਇੰਦਰੀਆਂ ਦੀ ਕਵਿਤਾ ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜੀ ਇੰਦਰੀ ਖੁਦ ਮਤਲਬ ਜਾਣੀ ਵੀ ਇੰਦਰੀਆਂ ਅਪਰੋਚ ਕਰਦੀਆਂ ਉੱਥੋਂ ਤੱਕ ਉਹ ਲੈਂਦੀ ਨਹੀਂ ਮਤਲਬ ਜਾਣੀ ਇਹ ਗੱਲ ਠੀਕ ਹੈ ਵੀ ਜੇ ਇੰਦਰੀਆਂ ਅਪਰੋਚ ਕਰਕੇ ਕਵਿਤਾ ਨੂੰ ਮਤਲਬ ਜਾਣੀ ਕਿ ਵੀ ਲਿਆਉਣ ਦੀ ਕੋਸ਼ਿਸ਼ ਕਰਨ ਆਪਣੇ ਧਰਾਤਲ ਤੱਕ ਤਾਂ ਉਹ ਕਵਿਤਾ ਮਤਲਬ ਇੰਦਰੀਆਂ ਕੋਲੋਂ ਲੈਂਦੀ ਨਹੀਂ। ਜੇ ਕਵਿਤਾ ਆਪ ਚਾਹਵੇ ਤਾਂ ਫਿਰ ਉਹ ਇੰਦਰੀਆਂ ਨਾਲ ਹੀ ਮਤਲਬ ਜਾਣੀ ਪ੍ਰਗਟ ਹੋ ਸਕਦੀ ਹੈ। ਜੀ ਜੀ, ਜਿਵੇਂ ਅਸੀਂ ਗੱਲ ਕਰਦੇ ਹਾਂ ਤੁਹਾਡੀ ਸ਼ਾਇਰੀ ਬਾਰੇ ਅਕਸਰ ਜਿਹੜਾ ਇਹ ਇੱਕ ਵਿਚਾਰ ਚੱਲਦਾ ਆ ਸੱਥਾਂ ਦੇ ਵਿੱਚ, ਸ਼ਾਇਰਾਂ ਦੀਆਂ ਸੱਥਾਂ ਵਿੱਚ ਵੀ, ਲੇਖਕਾਂ ਦੀਆਂ ਸੱਥਾਂ ਵਿੱਚ ਵੀ, ਕਿ ਵਿਜੇ ਵਿਵੇਕ ਦੀ ਸ਼ਾਇਰੀ ਨੂੰ ਸਮਝਣਾ ਬਹੁਤ ਔਖਾ ਹੈ। ਕੋਈ ਕਹਿੰਦਾ ਹੈ ਵਿਜੇ ਵਿਵੇਕ ਦੀ ਸ਼ਾਇਰੀ ਇੰਦਰੀ ਬੋਧ ਦੀ ਸ਼ਾਇਰੀ ਹੈ, ਕੋਈ ਕਹਿੰਦਾ ਹੈ ਵਿਜੇ ਵਿਵੇਕ ਦੀ ਸ਼ਾਇਰੀ ਅਨੁਭੂਤੀ ਦੀ ਸ਼ਾਇਰੀ ਹੈ। ਵੱਖ-ਵੱਖ ਤਸ਼ਬੀਹਾਂ ਦਿੰਦੇ ਆ। ਜੇ ਤੁਸੀਂ ਆਪਣੀ ਸ਼ਾਇਰੀ ਬਾਰੇ ਕਹਿਣਾ ਹੋਵੇ ਤਾਂ ਤੁਸੀਂ ਕੀ ਕਹੋਗੇ ਸ਼ਾਇਰੀ ਨੂੰ? ਮੈਂ ਤਾਂ ਇਹਦੇ ਬਾਰੇ ਮਤਲਬ ਕੁਛ ਇਸ ਤਰ੍ਹਾਂ ਦਾ ਬਿਆਨ ਦਿੰਦਾ ਵੀ ਇਹ ਚੰਗਾ ਵੀ ਲੱਗਦਾ। ਮੈਂ ਤਾਂ ਇਹ ਕਹਿੰਦਾ ਵੀ ਮੇਰੇ ਰਾਹੀਂ ਜੋ ਕੁਛ ਵੀ ਆਇਆ ਉਹ ਮੈਂ ਆਪਣੇ ਸਰੋਤਿਆਂ ਦੇ ਸਾਹਮਣੇ ਤੇ ਆਪਣੇ ਪਾਠਕਾਂ ਦੇ ਸਾਹਮਣੇ ਮੈਂ ਪਰੋਸ ਦਿੰਦਾ। ਉਹ ਕੀ ਹੈ ਇਹਦਾ ਫੈਸਲਾ ਜਿਹੜਾ ਉਹ ਪਾਠਕਾਂ ਸਰੋਤਿਆਂ ਨੇ ਹੀ ਕਰਨਾ ਹੁੰਦਾ ਹੈ। ਪਰ ਇਹ ਮੈਂ ਬੜੇ ਮਾਣ ਨਾਲ ਤੇ ਬੜੇ ਇਮਾਨਦਾਰੀ ਨਾਲ ਕਹਿਣ ਦੀ ਕੋਸ਼ਿਸ਼ ਕਰਦਾ ਕਿ ਮੈਂ ਉਹਦੇ ਵਿੱਚ ਕਦੇ ਕੋਈ ਰਲਾ ਨਹੀਂ ਕੀਤਾ। ਯਾਨੀ ਕਵਿਤਾ ਦੇ ਵਹਾਅ ਦੇ ਵਿੱਚ ਮੈਂ ਆਪਣੀ ਕੋਈ ਵਿਚਾਰਧਾਰਕ ਬੌਧਿਕ ਦਖਲਅੰਦਾਜ਼ੀ ਨਹੀਂ ਕੀਤੀ। ਕਵਿਤਾ ਜਿਵੇਂ ਜਿਵੇਂ ਪ੍ਰਗਟ ਹੋਈ ਮੈਂ ਤਿਵੇਂ ਉਵੇਂ ਲੋਕਾਂ ਦੇ ਸਾਹਮਣੇ ਮੈਂ ਪੇਸ਼ ਕੀਤੀ ਹੈ। ਮੈਂ ਤਾਂ ਕਦੇ ਆਪਦੀਆਂ ਕਿਤਾਬਾਂ ਦੀ ਤਰਤੀਬ ਵੀ ਨਹੀਂ ਬਣਾਈ। ਚੱਪਾ ਕਪੂਰ ਦੇ ਤੁਸੀਂ ਵੀ ਗਵਾਹ ਕਿ ਰਜਿੰਦਰ ਬਿਮਲ ਜਦੋਂ ਮੇਰੇ ਕੋਲ ਉਹ ਖਰੜਾ ਲੈਣ ਆਇਆ ਤਾਂ ਮੈਂ ਕਿਤੇ ਕਵਿਤਾ ਲਿਖਦਾ ਨਹੀਂ, ਇਸ ਗੱਲ ਦਾ ਵੀ ਤੁਹਾਨੂੰ ਪਤਾ। ਤਾਂ ਮੈਂ ਕਿਹਾ ਜੀ ਮੈਂ ਤਾਂ ਕਦੇ ਲਿਖ ਕੇ ਨਹੀਂ ਰੱਖੀ ਹੋਈ। ਤਾਂ ਫਿਰ ਉਹਨੇ ਨੇ ਕਿਹਾ ਵੀ ਆਉਂਦਾ ਹੋਇਆ ਮੈਂ ਆਊਂਗਾ, ਜਾਂ ਮੈਂ ਉਹਨੂੰ ਕਿਹਾ ਵੀ ਤੂੰ ਆਉਂਦਾ ਹੋਇਆ ਆਈ। ਤਾਂ ਉਦੋਂ ਤੱਕ ਮੈਂ ਮਤਲਬ ਕਵਿਤਾ ਸਫ਼ਿਆਂ ਤੇ ਉਤਾਰ ਦਿੱਤੀ। ਜਿਵੇਂ ਜਿਵੇਂ ਮੈਨੂੰ ਯਾਦ ਆਈ ਕੋਈ ਗਜ਼ਲ, ਜਿਵੇਂ ਜਿਵੇਂ ਕੋਈ ਗੀਤ ਮੈਨੂੰ ਯਾਦ ਆਉਂਦੇ ਗਏ
ਮੈਂ ਉਵੇਂ ਉਹ ਉਤਾਰ ਕੇ ਉਹਨਾਂ ਨੂੰ ਫੜਾਤੇ ਤੇ ਚੱਪਾ ਕਪੂਰ ਬਣ ਗਈ। ਮੈਂ ਇਸ ਪ੍ਰਤੀ ਬਹੁਤ ਗੰਭੀਰ ਨਹੀਂ ਵੀ ਆਹ ਗਜ਼ਲ ਕਿੱਥੇ ਰੱਖਣੀ ਆ, ਇਹਨੂੰ ਕਿਵੇਂ ਪੇਸ਼ ਕਰਨਾ ਹੈ, ਇਸ ਤਰ੍ਹਾਂ ਨਹੀਂ। ਮੇਰੇ ਸੁਭਾਅ 'ਚ ਵੀ ਸ਼ਾਮਲ ਹੈ। ਮੈਂ ਕਦੇ ਜ਼ਿੰਦਗੀ ਵਿੱਚ ਵੀ ਇਸ ਤਰ੍ਹਾਂ ਪੜ੍ਹਾਈ ਪ੍ਰਤੀ ਵੀ ਜਾਂ ਮਤਲਬ ਨੌਕਰੀ ਪ੍ਰਤੀ ਜਾਂ ਪਰਿਵਾਰ ਪ੍ਰਤੀ, ਬੱਚਿਆਂ ਪ੍ਰਤੀ ਮੈਂ ਬਹੁਤ ਇਸ ਤਰ੍ਹਾਂ, ਮੈਨੂੰ ਇਹ ਲੱਗਦਾ ਵੀ ਜੋ ਇਹ ਹੋ ਹੀ ਜਾਂਦਾ ਇਹ ਠੀਕ ਹੈ। ਤੁਸੀਂ ਇੱਥੇ ਮਤਲਬ ਆਪਣੇ ਵੱਲੋਂ ਠੀਕ ਬਣ ਕੇ ਰਹੋ, ਆਪਣੇ ਵੱਲੋਂ ਇਮਾਨਦਾਰੀ ਕੋਸ਼ਿਸ਼ ਕਰੋ। ਇਮਾਨਦਾਰ ਹੋਣਾ ਬਹੁਤ ਵੱਡੀ ਗੱਲ ਹੈ। ਤੁਸੀਂ ਕੋਸ਼ਿਸ਼ ਕਰੋ ਜਿੰਨੀ ਕਰ ਸਕਦੇ ਆ, ਤੇ ਇਹ ਉਸ ਤਰ੍ਹਾਂ ਚੱਲੀ ਜਾਂਦਾ। ਇਹ ਵੀ ਮਤਲਬ ਮੇਰੀ ਸ਼ਾਇਰੀ ਦਾ ਜੋ ਹੈ ਵੀ ਜੋ ਕੁਛ ਹੈ ਮੇਰੇ ਪੱਲੇ ਜਾਂ ਜੋ ਕੁਛ ਮੇਰੇ ਰਾਹੀਂ ਮੈਨੂੰ ਕਵਿਤਾ ਨੇ ਦਿੱਤਾ ਮੈਂ ਅੱਗੇ ਉਹ ਰੱਖ ਦਿੱਤਾ। ਤੋ ਇਹ ਫਿਰ ਕੋਈ ਵੀ ਕਿਸ ਤਰ੍ਹਾਂ ਦੀ ਹੈ ਜਾਂ ਕਿਵੇਂ ਹੈ, ਇਹ ਸਵਾਲ ਨਹੀਂ ਉੱਠਦੇ। ਪਤਾ ਹੀ ਹੈ ਵੀ ਮਤਲਬ ਮੈਨੂੰ ਲੱਗਦਾ ਵੀ ਮੈਂ ਆਪਣੇ ਵੱਲੋਂ ਇਮਾਨਦਾਰੀ ਨਾਲ ਮਤਲਬ ਕੰਮ ਜਿਹੜਾ ਮੇਰਾ ਹੋਇਆ ਹੈ, ਤੇ ਮੈਨੂੰ ਕਾਫੀ ਸਾਰਾ ਚੇਂਜ ਕੀਤਾ ਹੈ ਮੇਰੀ ਕਵਿਤਾ ਨੇ। ਤੇ ਮੈਨੂੰ ਇਹ ਲੱਗਦਾ ਵੀ ਪਾਠਕ ਸਰੋਤੇ ਨੂੰ ਵੀ ਮਤਲਬ ਅਵਾਸ਼ੀ ਯਾਨੀ ਕਰੂਗੀ। ਨਹੀਂ ਫਿਰ ਮਤਲਬ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਮੈਨੂੰ ਹੁੰਗਾਰਾ ਮਿਲ ਰਿਹਾ, ਜਾਂ ਜਿਵੇਂ ਅੱਜ ਹੀ ਆਪਾਂ ਗੱਲ ਕਰ ਰਹੇ ਹਾਂ ਤੁਹਾਡੇ ਇਹਦੇ ਮੀਡੀਅਮ ਦੇ ਥਰੂ, ਤਾਂ ਵਾਕਈ ਮਤਲਬ ਕੁਛ ਨਾ ਕੁਛ ਕਰਦੀ ਹੋਊਗੀ। ਇਸ ਲਈ ਮੈਂ ਮਤਲਬ ਯਾਨੀ ਕਿ ਕੋਈ ਇਸ ਤਰ੍ਹਾਂ ਦੇ ਠੋਸ ਬਿਆਨ ਵੀ ਇਹ ਕੀ ਹੈ ਕਿਵੇਂ ਹੈ ਨਹੀਂ ਬਣਦੇ ਨਹੀਂ। ਨਹੀਂ, ਪਰ ਕਈ ਵਾਰ ਆਪਣੀ ਗੱਲਬਾਤ ਹੋਈ ਹੈ ਕਵਿਤਾ ਨੂੰ ਲੈ ਕੇ, ਜਾਂ ਅਕਸਰ ਜਿਹੜੇ ਸ਼ਾਇਰ ਹੈ, ਜਿਹੜੇ ਖਾਸ ਕਿਸਮ ਦੇ ਸ਼ਾਇਰ ਨੇ ਜਿਹੜੇ ਕੁਝ ਸਥਾਨ ਰੱਖਦੇ ਆ, ਉਹ ਜਦੋਂ ਵੀ ਗੱਲ ਕਰਦੇ ਆ ਉਹ ਕਹਿੰਦੇ ਆ ਵੀ ਕਵਿਤਾ ਉਤਰਦੀ ਹੈ, ਕਵਿਤਾ ਘੜੀ ਨਹੀਂ ਜਾਂਦੀ। ਜੇ ਤੁਹਾਨੂੰ ਸਵਾਲ ਕਰਨਾ ਹੋਵੇ ਜੀ, ਹਾਂਜੀ, ਘੜੀ ਜਾ ਹੀ ਨਹੀਂ ਸਕਦੀ। ਹਾਂ, ਜੇ ਮਤਲਬ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ, ਵੀ ਉਹਨੂੰ ਵਾਪਰਨ ਨਹੀਂ ਦਿਆਂਗੇ। ਜੇ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਘੜਨ ਦੀ ਕੋਸ਼ਿਸ਼ ਕਰਾਂਗੇ, ਤੇ ਫਿਰ ਉਹ ਇੱਕ ਤਰ੍ਹਾਂ ਸਿਰਜਣਾਤਮਕਤਾ ਨਹੀਂ ਨਾ ਰਹੀ। ਉਹ ਤਾਂ ਫਿਰ ਮਤਲਬ ਇੱਕ ਹੋ ਗਈ ਉਤਪਾਦਨ, ਜਿਹਨੂੰ ਆਪਾਂ ਕਹਿੰਦੇ ਪ੍ਰੋਡਕਸ਼ਨ ਹੋ ਗਈ। ਤੋ ਘੜੀ ਘੜ ਵੀ ਮਤਲਬ ਲੋਕ ਘੜਦੇ ਵੀ, ਮਤਲਬ ਮੈਂ ਨਹੀਂ ਕਦੇ ਕੋਸ਼ਿਸ਼ ਕੀਤੀ। ਕਦੇ ਹੋ ਸਕਦਾ ਵੀ ਇਸ ਤਰ੍ਹਾਂ ਥੋੜੀ ਬਹੁਤੀ ਮਤਲਬ ਜਾਣੀ ਹੈ ਕਿਸੇ ਨੂੰ ਵੀ ਲਿਖ ਦਿੱਤਾ ਹੋਵੇ ਕੋਈ ਇਸ ਤਰ੍ਹਾਂ ਦਾ। ਮੈਂ ਕੋਈ ਦਾਅਵਾ ਵੀ ਨਹੀਂ ਕਰਦਾ ਵੀ ਕਿਤੇ ਇੱਕ ਅੱਧਾ ਕੋਈ ਕੁਛ ਚੀਜ਼ ਮੈਂ ਮਤਲਬ ਇਸ ਤਰ੍ਹਾਂ ਬਣਾ ਦਿੱਤੀ ਹੋਵੇ, ਤਾਂ ਪਰ ਮੈਂ ਨਹੀਂ ਕਦੇ ਮਤਲਬ ਕੁਝ ਕੀਤੇ ਇਹਨੂੰ ਘੜਨ ਦੀ। ਮੇਰੇ ਤਰ੍ਹਾਂ ਹੀ ਇਹ ਬਿਲਕੁਲ ਸੁਤੇ ਸਿੱਧੀ ਪ੍ਰਗਟ ਹੋਈ ਹੈ। ਤੋ ਇਸ ਤਰ੍ਹਾਂ ਦੇ ਲੋਕ ਵੀ ਮੈਂ ਵੇਖੇ ਆ ਜਿਹੜੇ ਵੀ ਉਸ ਤਰ੍ਹਾਂ ਦਾ ਕੋਈ ਕਰ ਲੈਂਦੇ ਆ, ਤੇ ਕਈ ਵਾਰੀ ਮਤਲਬ ਇਹਦੇ ਨਿਪੁੰਨ ਵੀ ਬਣ ਜਾਂਦੇ ਆ ਵੀ ਉਹ ਭੁਲੇਖਾ ਵੀ ਪਾ ਲੈਂਦੇ ਆ। ਹੋ ਸਕਦਾ ਵੀ ਉਹ ਕਈ ਵਾਰੀ ਵੀ ਇਸ ਤਰ੍ਹਾਂ ਦੀ ਕਵਿਤਾ ਤੋਂ ਜਿਹੜੀ ਸੁਤੇ ਸਿੱਧ ਵਾਪਰਦੀ ਆ ਆਪਣੇ ਆਪ, ਵੀ ਇਸ ਤੋਂ ਵੀ ਵਧੀਆ ਸਰੋਤੇ ਪਾਠਕ ਨੂੰ ਵੱਧ ਪ੍ਰਭਾਵਿਤ ਕਰ ਜਾਵੇ ਉਹ। ਮੈਂ ਨਾ ਗੁਰਜੀਐਫ ਦੀ ਇੱਕ ਕਿਤਾਬ ਪੜ੍ਹ ਰਿਹਾ ਸੀਗਾ, ਤੇ ਉਹਨਾਂ ਨੇ ਇੱਕ ਆਪਣੇ ਉਹਦੇ ਮੁੱਖ ਬੰਦ ਦੇ ਵਿੱਚ ਇੱਕ ਫਾਰਸੀ ਇੱਕ ਮਤਲਬ ਜਾਣੀ ਕਿ ਬਜ਼ੁਰਗ ਕੋਲੋਂ ਗੱਲ ਲਿਖਵਾਈ ਹੈ। ਗੱਲ ਤਾਂ ਉਹਨਾਂ ਦੀ ਆਪਣੀ ਹੋਊ, ਜਿਵੇਂ ਮੈਂ ਕਹਿੰਦਾ ਵੀ ਮੇਰਾ ਬਾਬਾ ਕਹਿੰਦਾ ਹੁੰਦਾ ਸੀ। ਕਹਿੰਦੇ ਵੀ ਉਹ ਕਿਸੇ ਸੰਸਥਾ ਦੇ ਉਹ ਮੈਂਬਰ ਸੀਗੇ, ਕਿਸੇ ਬ੍ਰਦਰਹੁੱਡ ਦੇ ਮੈਂਬਰ ਸੀ ਉਹ ਫਾਰਸੀ ਬਜ਼ੁਰਗ। ਤਾਂ ਉਹ ਕਹਿੰਦੇ ਵੀ ਉਹ ਸਾਡੇ ਨਾ ਦੋ ਬੁਲਾਰੇ ਆਉਂਦੇ ਸੀ, ਇੱਕ ਯੰਗ ਤੋਂ ਭਾਵੇਂ 40-45 ਸਾਲ ਦਾ, ਇੱਕ ਬੁੱਢਾ 65-70-80 ਸਾਲ ਦਾ। ਤਾਂ ਉਹ ਦੋਵੇਂ ਆਪਣੇ ਉੱਥੇ ਭਾਸ਼ਣ ਦਿੰਦੇ ਸੀ। ਤਾਂ ਜਿਹੜਾ ਨੌਜਵਾਨ ਬੁਲਾਰਾ ਸੀ ਉਹਦੇ ਜਿਹੜੇ ਸ਼ਬਦ ਬੜੇ ਚਿਣੇ ਹੋਏ, ਉਹਦੀ ਵਾਕ ਬਣਤਰ ਬੜੀ ਖੂਬਸੂਰਤ, ਉਹਦਾ ਡਿਲੀਵਰ ਕਰਨ ਦਾ ਅੰਦਾਜ਼ ਜਿਹੜਾ ਬੋਲਣ ਦਾ ਉਹ ਬੜਾ ਪਿਆਰਾ ਹੁੰਦਾ ਸੀ। ਔਰ ਉਹ ਜਦੋਂ ਮਤਲਬ ਬੋਲਦਾ ਤਾਂ ਸਰੋਤਿਆਂ 'ਚ ਬੜੀ ਜਾਣੀ ਕਿ ਚੁੱਪ ਛਾ ਜਾਂਦੀ। ਬਹੁਤ ਜਿਹਨੂੰ ਆਪਾਂ ਕਹਿ ਸਕਦੇ ਖਾਮੋਸ਼ੀ, ਜਿਹੜੀ ਪਿੰਨ ਡ੍ਰੌਪ ਸਾਇਲੈਂਸ ਇੰਗਲਿਸ਼ ਦਾ ਵਰਡ, ਵੀ ਸੂਈ ਵੀ ਡਿੱਗੇ ਤਾਂ ਖੜਕਾ ਹੁੰਦਾ ਸੀ। ਇੰਨਾ ਮਤਲਬ ਜਾਣੀ ਕਿ ਉਹ ਸਨਾਟਾ ਛਾ ਜਾਂਦਾ ਸੀ, ਤੇ ਪ੍ਰਭਾਵਿਤ ਹੁੰਦੇ ਸੀ ਬਹੁਤ ਜ਼ਿਆਦਾ ਸਰੋਤੇ। ਤਾਂ ਉਹ ਜਦੋਂ ਉਹ ਦੱਸਦਾ ਫਾਰਸੀ ਬਜ਼ੁਰਗ ਵੀ ਉਹ ਜਿੰਨਾ ਪ੍ਰਭਾਵਿਤ ਕਰਦੀ ਸੀ ਵੱਧ,
ਉਹਨਾਂ ਕੋ ਯਾਨੀ ਕਿ ਉਨੀ ਛੇਤੀ ਹੀ ਉਹਦਾ ਪ੍ਰਭਾਵ ਹੈ ਜਿਹੜਾ ਖਤਮ ਹੋ ਜਾਂਦਾ ਸੀ, ਛੱਡ ਜਾਂਦਾ ਸੀ। ਵੀ ਲੋਕ ਇੱਥੇ ਸੁਣ ਕੇ ਬਹੁਤ ਪ੍ਰਭਾਵਿਤ ਹੋਏ, ਸਿਰ ਦੀਆਂ ਸੈਂਸੇਸ਼ਨ ਇੱਕ ਖਾਸ ਉਹਨਾਂ ਦੇ ਅੰਦਰ ਪੈਦਾ ਹੋਈ। ਤੇ ਥੋੜੇ ਚਿਰ ਬਾਅਦ ਬਾਹਰ ਜਾਣ ਤੇ, ਪੰਡਾਲ ਤੋਂ ਬਾਹਰ ਜਾਣ ਦੇ ਬਾਅਦ, ਜਾਂ ਮਤਲਬ ਉਸ ਤੋਂ ਵੀ ਮਤਲਬ ਯਾਨੀ ਕਿ ਵੀ ਹੋਰ 1-2 ਦਿਨਾਂ ਦੇ ਵਿੱਚ ਉਹਦਾ ਜਿਹੜਾ ਪ੍ਰਭਾਵ ਸੀ ਉਹ ਛੱਡ ਜਾਂਦਾ ਸੀ। ਤੇ ਦੂਜੇ ਪਾਸੇ ਜਿਹੜਾ ਬਜ਼ੁਰਗ ਬੁਲਾਰਾ ਸੀ, ਉਹਦੀ ਗੱਲਬਾਤ ਮਤਲਬ ਯਾਨੀ ਕਿ ਵੀ ਉਦੋਂ ਤਾਂ ਐ ਲੱਗਦੀ ਸੀ ਵੀ ਇਹ ਕੀ ਆ, ਰੁਗੜ ਦੁਗੜੀ ਆ, ਇਹ ਤਾਂ ਐਵੇਂ ਮਤਲਬ ਬੋਲੀ ਜਾਂਦਾ, ਨਾ ਇਹਨੂੰ ਕੋਈ ਮਤਲਬ ਯਾਨੀ ਕਿ ਗੱਲ ਛੇੜਨੀ ਆਉਂਦੀ ਹੈ, ਨਾ ਇਹਨੂੰ ਵਿਸਤਾਰਨੀ ਆਉਂਦੀ ਹੈ, ਨਾ ਇਹਨੂੰ ਸਮ ਅਪ ਕਰਨੀ ਆਉਂਦੀ ਹੈ। ਤੋ ਮਤਲਬ ਯਾਨੀ ਵੀ ਗੱਲਾਂ ਉਹਦੀਆਂ ਸੁਣ ਲੈਂਦੇ ਸੀ। ਪਰ ਕਹਿੰਦੇ ਵੀ ਸਰੋਤਿਆਂ ਨੂੰ ਕੁਛ ਦਿਨਾਂ ਬਾਅਦ ਪਤਾ ਲੱਗਦਾ ਸੀ ਵੀ ਉਹ ਅੰਦਰ ਕ੍ਰਿਸਟਲਾਈਜ਼, ਮਤਲਬ ਅੰਦਰ ਉਹ ਆਪਣਾ ਰੂਪ ਲੈਣ ਲੱਗਦੀ ਸੀ। ਤੇ ਫਿਰ ਮਤਲਬ ਤੋ ਇਸ ਤਰ੍ਹਾਂ ਵੀ ਮਤਲਬ ਯਾਨੀ ਕਿ ਜਿਹੜੀ ਨਿਪੁੰਨਤਾ ਕਈ ਕਿਸਮ ਵਾਰੀ ਇਸ ਤਰ੍ਹਾਂ ਹੋ ਸਕਦਾ ਵੀ ਕੁਛ ਲੋਕ ਇਹ ਕਰ ਲੈਂਦੇ ਹੁਣ, ਜਿਹੜੇ ਕਿ ਮਤਲਬ ਯਾਨੀ ਉਹਨਾਂ ਨੂੰ ਐ ਲੱਗੇ ਵੀ ਸ਼ਿਵ ਕੁਮਾਰ ਤੋਂ ਵੀ ਵਧੀਆ। ਕੋਸ਼ਿਸ਼ ਕੀਤੀ ਵੀ ਹੈ ਲੋਕਾਂ ਨੇ, ਪਰ ਉਹ ਹੁੰਦੀ ਨਕਲੀ ਹੈ, ਉਹਦਾ ਬਹੁਤਾ ਪ੍ਰਭਾਵ ਨਹੀਂ ਹੁੰਦਾ। ਕਾਗਜ਼ ਦੇ ਫੁੱਲ, ਪਲਾਸਟਿਕ ਦੇ ਫੁੱਲ, ਜਿਹੜੇ ਓਰੀਜਨਲ ਅਸਲੀ ਫੁੱਲ ਹੈ, ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਹੁੰਦੇ। ਮੈਂ ਕਵਿਤਾ ਕਦੇ ਘੜੀ ਨਹੀਂ ਹੈ। ਨਹੀਂ, ਕਵਿਤਾ ਘੜੀ ਨਹੀਂ, ਠੀਕ ਹੈ। ਜਿਹੜੇ ਉਹਦੇ ਵਿੱਚ ਜਿਹੜੀਆਂ ਉਪਮਾਵਾਂ ਹੈਗੀਆਂ, ਜਿਹੜੇ ਬਿੰਬ ਨੇ, ਇਹ ਤਾਂ ਜਗਤੀ ਬਿੰਬ ਨੇ ਨਾ, ਜਿਹੜੇ ਕਵਿਤਾ ਦੇ ਵਿੱਚ ਆਉਂਦੇ ਆ। ਕਵਿਤਾ ਉਹ ਬਿੰਬ ਨਾਲ ਲੈ ਕੇ ਆਉਂਦੀ ਹੈ, ਜਾਂ ਉਹਦੇ ਵਿੱਚ ਜਿਹੜਾ ਨਹੀਂ, ਭਾਸ਼ਾ ਹੀ ਭਾਸ਼ਾ ਹੀ ਮਤਲਬ ਜਾਨੀ ਕਿ ਵਰਡ ਦੀ ਜਗਤੀ ਫਨੋਮਨਾ, ਭਾਸ਼ਾ ਜਗਤ ਦਾ ਫਨੋਮਨਾ ਔਰ ਦਫਾੜ ਹੈ। ਉਹ ਫਿਰ ਇੱਥੋਂ ਹੀ ਮਤਲਬ ਜਾਨੀ ਗੱਲ ਕਰਨ ਵਾਸਤੇ ਜਦੋਂ ਆਪਾਂ ਗੱਲ ਕਰ ਰਹੇ ਹਾਂ, ਉਹ ਜਿੰਨੇ ਸਾਡੇ ਮਤਲਬ ਜਾਨੀ ਕਿ ਵੱਡੇ ਉਹਨਾਂ ਨੂੰ ਕਵੀ, ਵੱਡੇ ਕਵੀ ਵੀ ਹੋਏ ਆ, ਤੇ ਵੱਡੇ ਫਿਲੋਸਫਰ ਵੀ ਉਹਨਾਂ ਨੂੰ ਕਿਹਾ ਜਾ ਸਕਦਾ, ਜਾਂ ਵੱਡੇ ਰਹੱਸਦਰਸ਼ੀ ਸੰਤ ਜਿਹੜੇ ਵੀ ਮਤਲਬ ਸਾਡੇ ਸੰਸਾਰ ਦੇ ਵਿੱਚ, ਜਾਂ ਸਾਡੇ ਨੇੜੇ ਤੇੜੇ ਵੀ ਜਿਹੜੇ ਹੋਏ ਆ, ਉਹਨਾਂ ਨੇ ਕਿਹਾ ਵੀ ਇਹਨੂੰ ਕਥਿਆ ਨਹੀਂ ਜਾ ਸਕਦਾ। ਕੀ ਕਾਰਨ ਹੈ? ਤੋ ਕਥਨ ਦਾ ਜਿਹੜਾ ਕਵਿਤਾ ਹੈ, ਮਤਲਬ ਜਿਹੜੀ ਇਹ ਇੱਕ ਤਰ੍ਹਾਂ ਨਾਲ ਇਹ ਸ਼ਬਦਾਂ ਤੋਂ ਮਤਲਬ ਪਾਰ ਲੈ ਜਾਂਦੀ ਹੈ। ਉਹਦੇ ਸ਼ਬਦ ਜਿਹੜੇ ਨਿਸ਼ਚਿਤ ਸ਼ਬਦ ਆ, ਉਹਦੇ ਖੋਲ ਨੂੰ ਤੋੜ ਕੇ ਉਹਨੂੰ ਮਤਲਬ ਜਾਣੀ ਕਿ ਬਹੁਤ ਆਰਥਿਕ ਬਣਾ ਦਿੰਦੀ ਹੈ ਸ਼ਬਦ ਨੂੰ। ਕਵਿਤਾ ਇਸ ਤਰ੍ਹਾਂ ਦਾ ਕਵਿਤਾ ਕੋਲ ਹੈ, ਇਹ ਕਥਿਆ ਨਹੀਂ ਜਾ ਸਕਦਾ। ਭਾਸ਼ਾ ਹੀ ਆਪਣੇ ਆਪ 'ਚ ਲਿਮਿਟਡ, ਜਿਹਨੂੰ ਕਹਿੰਦੇ ਆਪਾਂ ਵੀ ਇੱਕ ਬੰਧਨ ਦੇ ਵਿੱਚ ਇੱਕ ਫਨੋਮਨਾ ਵਰਤਾਰਾ ਔਰ ਜਗਤੀ ਵਰਤਾਰਾ। ਤਾਂ ਫਿਰ ਬਿੰਬ ਸਿੰਬਲ ਜਦੋਂ ਆਪਾਂ ਗੱਲ ਕਰ ਰਹੇ ਹਾਂ, ਤੇ ਇੱਥੋਂ ਲੈ ਕੇ ਕਵਿਤਾ ਦੇ ਵਿੱਚ ਹੀ ਵੀ ਸੰਭਾਵਨਾ ਇਸ ਤਰ੍ਹਾਂ ਦੀ ਮਤਲਬ ਨਹੀਂ ਸੰਭਵ ਹੈ। ਬਾਹਰਲੇ ਬਿੰਬ ਤੱਕ ਕਿੱਥੋਂ। ਤੇ ਕਈ ਵਾਰੀ ਇਉਂ ਹੁੰਦਾ ਵੀ ਮਤਲਬ ਜਾਣੀ ਕਿ ਵੀ ਕਵਿਤਾ ਦੇ ਵਿੱਚ ਮਤਲਬ ਜਾਣੀ ਉਵੇਂ ਜ਼ੁਲਫ ਜਿਹੜੀ ਮਤਲਬ ਵੀ ਉਹ ਨਾਗ ਵੀ ਬਣ ਜਾਂਦੀ ਹੈ, ਜਾਂ ਕਵਿਤਾ ਦੇ ਵਿੱਚ ਕਈ ਵਾਰੀ ਮਤਲਬ ਜਾਣੀ ਕਿ ਚੰਦ ਰੋਟੀ ਵੀ ਬਣ ਜਾਂਦਾ ਹੈ। ਕਿਸ਼ਤੀਆਂ ਪੱਥਰ ਦੀਆਂ ਵੀ ਹੋ ਸਕਦੀਆਂ। ਇਸ ਤਰ੍ਹਾਂ ਦੇ ਮਤਲਬ ਜਾਣੀ ਕਿ ਸੰਭਾਵਨਾਵਾਂ ਮਤਲਬ ਕਵਿਤਾ ਦੇ ਵਿੱਚ ਭਾਸ਼ਾ ਨੂੰ ਉਹਦੇ ਜਿਹੜੇ ਸ਼ਬਦਾਂ ਦੇ ਨਿਸ਼ਚਿਤ ਜੋ ਅਰਥ ਹੈ ਉਹਨਾਂ ਤੋਂ ਬਾਹਰ ਕੱਢ ਲੈਂਦੀ ਕਵਿਤਾ। ਇਹ ਕਵਿਤਾ ਕੋਲੇ ਹੈ। ਬਾਕੀ ਭਾਸ਼ਾ ਜਾਂ ਬਿੰਬਾਵਲੀ ਇੱਥੋਂ ਹੀ ਲਈ ਜਾਣੀ ਹੈ, ਇੱਥੋਂ ਹੀ ਭਾਸ਼ਾ ਆਪਣੇ ਆਪ 'ਚ ਜਗਤੀ ਵਰਤਾਰਾ ਹੈ। ਤੁਸੀਂ ਕਿਸ਼ਤੀਆਂ ਦਾ ਜ਼ਿਕਰ ਕੀਤਾ, ਪੱਥਰ ਦੀਆਂ ਕਿਸ਼ਤੀਆਂ ਦਾ ਜ਼ਿਕਰ ਕੀਤਾ। ਤੁਹਾਡੀ ਬਹੁਤ ਪੁਰਾਣੀ ਇਸ ਤਰ੍ਹਾਂ ਦੀ ਇੱਕ ਗਜ਼ਲ ਵੀ ਹੈ, ਜੇ ਤੁਸੀਂ ਉਹਦੇ ਕੋਈ ਚੰਦ ਸ਼ੇਰ ਸੁਣਾ ਦਿਓ ਤਾਂ। ਹਾਂਜੀ। ਉਸ ਕੀ ਘਟਾਵਾਂ ਰੋਂਦੀਆਂ ਹੋ ਕੇ ਹਵਾਵਾਂ ਭਰਦੀਆਂ ਮਿਲੀਆਂ, ਬਹਾਰਾਂ ਸੜ ਗਏ ਫੁੱਲਾਂ ਦਾ ਮਾਤਮ ਕਰਦੀਆਂ ਮਿਲੀਆਂ। ਰਿਹਾ ਮੌਸਮ ਸਾਡੇ ਨਾਲ ਕਰਦਾ ਸਾਜ਼ਿਸ਼ਾਂ ਹਰ ਪਲ, ਕਿ ਛਾਵਾਂ ਸੜਦੀਆਂ ਮਿਲੀਆਂ ਤੇ ਧੁੱਪਾਂ ਠਰਦੀਆਂ ਮਿਲੀਆਂ। ਅਸੀਂ ਥਲ ਵਿੱਚ ਗਏ ਤਾਂ ਅੱਗ ਦੇ ਬਿਰਖਾਂ ਦੀ ਛਾਂ ਪਾਈ, ਨਦੀ ਤੱਕ ਜੇ ਗਏ ਤਾਂ ਕਿਸ਼ਤੀਆਂ ਪੱਥਰ ਦੀਆਂ ਮਿਲੀਆਂ। ਉਹ ਬਹੁਤ ਹੈਰਾਨ ਹੋਈਆਂ ਵੇਖਿਆ ਤੁਰਦਾ ਜਦੋਂ ਪਾਣੀ, ਬਹੁਤ ਹੈਰਾਨ ਹੋਈਆਂ ਵੇਖਿਆ ਤੁਰਦਾ ਜਦੋਂ ਪਾਣੀ। ਜਦ ਇੱਕ ਦਰਿਆ ਨੂੰ ਕੁਝ ਮੁਰਗਾਬੀਆਂ ਸਰਵਰ ਦੀਆਂ ਮਿਲੀਆਂ, ਤੁਆਂਖੇ ਫੁੱਲ ਕੁਝ ਰੁੱਖ ਸੁੱਕੇ, ਤੁਆਂਖੇ ਫੁੱਲ ਕੁਝ ਰੁੱਖ ਸੁੱਕੇ, ਕੁਝ ਕੁ ਪੱਤ ਪੀਲੇ,
ਬਦਲ ਕੇ ਭੇਸ ਉਹ ਜੰਗਲ ਚ ਖਬਰਾਂ ਕਰਦੀਆਂ ਮਿਲਣਾ। ਇਹ ਗਜ਼ਲ ਸੀ। ਵਾਹ 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 ਵਾਹ। ਵਿਜੇ ਵਿਵੇਕ ਜੀ, ਤੁਹਾਡੀ ਸ਼ਾਇਰੀ ਬਾਰੇ ਇੱਕ ਵਾਰ ਸਤਿੰਦਰ ਨੂਰ ਨੇ ਭਰੀ ਸਭਾ ਵਿੱਚ ਕੁਝ ਵਿਚਾਰ ਪੇਸ਼ ਕੀਤੇ ਸੀ, ਮੈਂ ਹਾਜ਼ਰ ਸੀ ਉੱਥੇ। ਬਹੁਤ ਸਾਰੇ ਨਾਭੇ ਕਵੀ ਦਰਬਾਰ ਸੀ, ਮੈਨੂੰ ਯਾਦ ਹੈ, ਔਰ ਉੱਥੇ ਵੱਡੀ ਗਿਣਤੀ ਵਿੱਚ ਸ਼ਾਇਰ ਹਾਜ਼ਰ ਹੁੰਦੇ ਨੇ। ਕਈ ਵਾਰ ਤਾਂ ਬਹੁਤ ਇੰਨੇ ਹੋ ਜਾਂਦੇ ਆ ਕਿ ਗਿਣਤੀ ਵੀ ਨਹੀਂ ਹੁੰਦੀ। ਧੰਨ ਹੈ ਜਿਹੜਾ ਉੱਥੇ ਸਟੇਜ ਸੈਕਟਰੀ ਹੁੰਦਾ, ਜਿਹੜਾ ਸਟੇਜ ਸੰਭਾਲਦਾ ਹੈ ਤੇ ਹਰੇਕ ਨੂੰ ਬੁਲਾਵਾ ਦਿੰਦਾ ਸਟੇਜ ਤੇ। ਉੱਥੇ ਨੂਰ ਹੋਣੀ ਵੀ ਹਾਜ਼ਰ ਸੀ। ਨੂਰ ਹੋਣਾ ਨੇ ਸਾਰਾ ਮੁਸ਼ਾਇਰਾ ਸੁਣਿਆ ਸੀ, ਲੰਬਾ ਮੁਸ਼ਾਇਰਾ ਸੀ। ਜਦੋਂ ਨੂਰ ਹੋਣੀ ਬੋਲੇ ਤਾਂ ਉਹਨਾਂ ਨੇ ਕਿਹਾ ਸੀ ਕਿ ਵਿਜੇ ਵਿਵੇਕ ਦੀ ਜਿਹੜੀ ਸ਼ਾਇਰੀ ਹੈ ਉਹ ਵਰਟੀਕਲ ਆ। ਉਹ ਉਹਨਾਂ ਨੇ ਕੋਈ ਇਸ ਤਰ੍ਹਾਂ ਨਾਲ ਪੰਜਾਬੀ ਵਿੱਚ ਉਹਨੂੰ ਬਾਅਦ ਚ ਦੱਸਿਆ ਸੀ ਕਿ ਵਿਜੇ ਵਿਵੇਕ ਰੇਂਗਦਾ ਨਹੀਂ ਕੀੜਿਆਂ ਨੂੰ, ਉੱਠਦਾ ਆ ਰੁੱਖਾਂ ਨੂੰ। ਇਹ ਜਿਹੜਾ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਉੱਥੇ, ਤੁਹਾਡੀ ਸ਼ਾਇਰੀ ਨੂੰ ਜਿਵੇਂ ਉਹਨਾਂ ਨੇ ਤਸ਼ਬੀਹ ਦਿੱਤੀ ਸੀ, ਕਾਫੀ ਮੈਂ ਅੱਗੇ ਬੈਠਾ ਲੋਕਾਂ ਦੀ ਨਾਰਾਜ਼ਗੀ ਵੀ ਦੇਖ ਰਿਹਾ ਸੀ ਕਵੀਆਂ ਦੀ। ਵਿਸ਼ੇਸ਼ ਤੌਰ ਤੇ ਇਹ ਸ਼ਬਦ ਨੂਰ ਹੋਣਾ ਨੇ ਵਿਜੇ ਵਿਵੇਕ ਲਈ ਵਰਤੇ ਆ। ਮੈਂ ਇਸ ਸੰਦਰਭ 'ਚ ਗੱਲ ਕਰ ਰਿਹਾ ਹਾਂ ਕਿ ਜਿਹੜੀ ਮੌਜੂਦਾ ਸ਼ਾਇਰੀ ਹੋ ਰਹੀ ਹੈ, ਤੁਹਾਡੇ ਸਮਕਾਲੀ ਜਿਹੜੀ ਸ਼ਾਇਰੀ ਕਰ ਰਹੇ ਆ, ਇਹਦੇ ਬਾਰੇ ਜੇ ਤੁਸੀਂ ਗੱਲ ਕਰਨੀ ਹੋਵੇ, ਤੁਲਨਾਤਮਕ ਗੱਲ ਕਰਨੀ ਹੋਵੇ, ਇੱਕ ਸ਼ਾਇਰੀ ਤੁਸੀਂ ਕਰ ਰਹੇ ਹੋ, ਇੱਕ ਸ਼ਾਇਰੀ ਹੋਰ ਹੋ ਗਈ ਹੈ, ਉਸ ਸ਼ਾਇਰੀ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਸਮਕਾਲੀਆਂ ਬਾਰੇ ਮਤਲਬ ਜਿਹੜੀ ਬਿਆਨ ਮੇਥੋਂ ਜੇ ਤੁਸੀਂ ਨਾ, ਮਤਲਬ ਗੱਲ ਇਹ ਹੈ ਵੀ ਉਹ ਜਿਹੜੀ ਨੂਰ ਹੋਰਾਂ ਦੀ ਗੱਲ ਤੇ ਆਪਾਂ ਗੱਲ ਕਰ ਲੈਂਦੇ ਆ, ਹਨਾ ਜੀ, ਠੀਕ ਹੈ, ਥੋੜੀ ਜੀ। ਹਾਂ ਤੇ ਉਹ ਬਿਨਾਂ ਕੋਈ ਮਤਲਬ ਕਿਸੇ ਕਿਸਮ ਦਾ, ਉਹਨਾਂ ਨੇ ਕਿਹਾ ਸੀ ਫਲਾਂ ਬੰਦੇ ਮਤਲਬ ਉੱਥੇ ਬੈਠੇ ਸੀ, ਉਹਨਾਂ ਦੇ ਨਾਂ ਵੀ ਉੱਥੇ ਆਏ ਸੀ। ਉਹ ਮੰਚ ਨੂਰ ਸਾਹਿਬ ਦੇ ਮੁਖਾਰਬਿੰਦ ਤੋਂ ਉਹ ਵੀ ਮਤਲਬ ਜਾਣੀ ਕਿ ਬੋਲੇ ਗਏ ਸੀ। ਤੋ ਮਤਲਬ ਜਾਣੀ ਕਿ ਉਹਨਾਂ ਨੇ ਕਿਹਾ ਫਲਾਂ ਬੰਦੇ ਮਤਲਬ ਜਾਣੀ ਕਿ ਉਹ ਜਿਨ੍ਹਾਂ ਵਿੱਚ ਮਤਲਬ ਵੱਡੇ ਸ਼ਾਇਰ ਵੀ ਕੁਝ ਮਤਲਬ ਜਿਹਨਾਂ ਨੂੰ ਵੱਡੇ ਕਵੀ ਗਿਣਿਆ ਜਾਂਦਾ ਉਹ ਸੀਗੇ। ਉਹ ਕਹਿੰਦੇ ਵੀ ਜਦੋਂ ਇਹ ਕੋਈ ਇੱਕ ਅੱਧੀ ਚੰਗੀ ਗਜ਼ਲ ਜਾਂ ਚੰਗੀ ਮਤਲਬ ਜਿਹੜੀ ਰਚਨਾ ਕਰ ਲੈਂਦੇ ਆ ਤਾਂ ਇਹ ਫਿਰ ਮਤਲਬ ਜਾਣੀ ਹੌਰੀਜ਼ੈਂਟਲੀ ਮਤਲਬ ਜਾਣੀ ਕਿ ਵੀ ਚਪੇਤਲਾ ਜਿਹੜਾ ਫੈਲਾਅ ਹੈ ਇਹਨਾਂ ਦਾ ਉਹ ਸ਼ੁਰੂ ਹੋ ਜਾਂਦਾ ਹੈ। ਤੇ ਵੀ ਮਤਲਬ ਜਾਣੀ ਵੀ ਵਰਟੀਕਲ ਸਿੱਧੇ ਬਹੁਤ ਘੱਟ ਮਤਲਬ ਜਾਂਦੇ ਆ। ਤਾਂ ਉੱਥੇ ਵੀ ਨੂਰ ਹੋਰਾਂ ਦਾ ਵੀ ਇਹ ਕਹਿਣ ਦਾ ਮਤਲਬ ਨਹੀਂ ਸੀ ਕਿ ਵੀ ਜਿਹੜਾ ਹੌਰੀਜ਼ੈਂਟਲ ਹੋਣਾ ਨਹੀਂ ਚਾਹੀਦਾ, ਹਨਾ, ਜਾਂ ਵੀ ਮਤਲਬ ਨਿਰਾ ਪੂਰਾ ਜੇ ਵਰਟੀਕਲ ਵੀ ਆਪਾਂ ਨਿਰਾ ਚੱਲੀਏ ਤਾਂ ਮਤਲਬ ਉਹ ਇੱਕ ਮਤਲਬ ਜਾਣੀ ਕਿ ਇੱਕ ਲੀਕ ਜੀ ਬਣ ਜੂਗੀ, ਜਾਂ ਜਿਵੇਂ ਮਤਲਬ ਡਾਂਗ ਗੱਡੀ ਹੋਵੇ, ਹਨਾ, ਵੀ ਉਸ ਤਰ੍ਹਾਂ ਦਾ ਨਿਰਾ ਪੂਰਾ ਨਹੀਂ। ਮੈਂ ਤੁਹਾਨੂੰ ਦਰੁਸਤ ਕਰਨਾ ਚਾਹੁੰਦਾ। ਮੈਨੂੰ ਯਾਦ ਹੈ ਉਹਨਾਂ ਨੇ ਬਾਅਦ ਵਿੱਚ ਇਹਨੂੰ ਪੰਜਾਬੀ ਚ ਵੀ ਵਿਸਥਾਰ ਦਿੱਤਾ ਸੀ। ਉਹਨਾਂ ਨੇ ਬਕਾਇਦਾ ਤੌਰ ਤੇ ਕੀੜਾ ਸ਼ਬਦ ਵਰਤਿਆ ਸੀ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਬਕਾਇਦਾ ਸ਼ਾਇਰਾਂ ਦਾ ਨਾਂ ਲੈ ਕੇ ਕਿਹਾ ਸੀ ਕਿ ਇਹ ਰਿੰਗਦੀ ਸ਼ਾਇਰੀ ਹੈ, ਇਹ ਰਿੰਗਦੇ ਆ, ਇਹ ਉੱਠਦੇ ਨਹੀਂ। ਵਿਜੇ ਵਿਵੇਕ ਦੀ ਸ਼ਾਇਰੀ ਫਿਰ ਉਹ ਮਤਲਬ ਕਿ ਨਹੀਂ, ਉਹ ਫਿਰ ਧਰਤੀ ਦਾ ਜਿਹੜਾ ਮੋਹ ਹੈ, ਹਨਾ, ਮਤਲਬ ਉਹ ਖਿੱਚ ਲੈਂਦਾ ਨਾ ਵੀ ਜਦੋਂ ਮਤਲਬ ਮੰਨ ਲਾ ਇਹ ਬੜੀ ਔਖਾ ਕੰਮ ਹੈ ਮਦਨਦੀਪ ਜੀ ਇਸ ਚੀਜ਼ ਤੋਂ। ਵੀ ਮੈਂ ਨਹੀਂ ਕਹਿੰਦਾ ਵੀ ਮੈਂ ਬਚ ਕੇ ਆਊਂਗਾ, ਉਹ ਨੂਰ ਸਾਹਿਬ ਨੇ ਕਿਹਾ ਤਾਂ ਉਹਨਾਂ ਦੀ ਵਡਿਆਈ ਹੈ ਇਹ। ਵੀ ਜਦੋਂ ਮਤਲਬ ਜਾਨੀ ਤੁਸੀਂ ਮਤਲਬ ਇੱਥੋਂ ਉੱਪਰ ਨੂੰ ਉੱਠਣ ਦਾ ਮਤਲਬ ਯਤਨਸ਼ੀਲ ਹੁੰਦੇ ਆ, ਜਾਂ ਜਦੋਂ ਕਿਤੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਊਰਜਾ ਮਿਲਦੀ ਹੈ ਵੀ ਜਦੋਂ ਤੁਸੀਂ ਉੱਪਰ ਨੂੰ ਵਰਟੀਕਲੀ ਜਦੋਂ ਤੁਸੀਂ ਮਤਲਬ ਜਾਨੀ ਕਿ ਵਿਕਸਣਾ ਹੁੰਦਾ ਹੈ, ਜਾਂ ਵਰਟੀਕਲੀ ਤੁਸੀਂ ਮਤਲਬ ਜਾਨੀ ਕਿ ਉੱਠਣਾ ਹੁੰਦਾ, ਤਾਂ ਮਤਲਬ ਜਾਨੀ ਕਿ ਉਹ ਉਦੋਂ ਮਤਲਬ ਜਾਨੀ ਕਿ ਉਹ ਜਦੋਂ ਊਰਜਾ ਮਿਲਦੀ ਹੈ ਤਾਂ ਇਹ ਨਾਲ ਦੀ ਨਾਲ ਮਤਲਬ ਧਰਤੀ ਦਾ ਮੋਹ ਵੀ ਸਾਨੂੰ ਮਤਲਬ ਖਿੱਚਦਾ। ਤੇ ਇਹਦੇ ਨਾਲ ਜਦੋਂ ਤੁਸੀਂ ਮਤਲਬ ਪ੍ਰਗਟ ਹੁੰਦੇ ਤੇ ਥੋੜੀ ਜਿਹੀ ਉਹ ਮਿਲ ਜਾਏ ਕਿਤੇ ਪ੍ਰਸ਼ੰਸਾ, ਜਾਂ ਮਤਲਬ ਜਾਨੀ ਕਿ ਥੋੜੀ ਜਿਹੀ ਉਹ ਸਥਾਪਤੀ, ਥੋੜਾ ਜਿਹਾ ਮੁੱਲ ਮਤਲਬ ਐ ਲੱਗੇ ਵੀ ਪੈ ਰਿਹਾ, ਤਾਂ ਉਹ ਸੁਭਾਵਿਕ ਹੈ ਵੀ ਮੋਹ ਨੇ ਤੁਹਾਨੂੰ ਮਤਲਬ ਜਾਨੀ ਕਿ ਪਾਸਿਆਂ ਨੂੰ ਫੈਲਣ ਵਾਸਤੇ ਮਜਬੂਰ ਕਰ ਦੇਣਾ। ਤੇ ਉਹ ਵੇਲ ਵੀ ਆਪਣੇ ਆਪ ਚ ਮਤਲਬ ਹੁਣ ਜਿਹੜੀਆਂ ਆਪਾਂ ਵੇਲਾਂ ਵੇਲੇ ਆ ਵੀ ਉਹ ਕੱਦੂਆਂ ਤੋਂ ਲੈ ਕੇ ਸਾਡੀਆਂ ਮਤੀਰਿਆਂ ਦੀਆਂ ਤੇ ਮਤੀਰਿਆਂ ਤੋਂ ਲੈ ਕੇ ਤੁੰਬਿਆਂ ਦੀਆਂ, ਉਹ ਵਰਟੀਕਲੀ ਮਤਲਬ ਜਾਨੀ ਉਹਨਾਂ ਦਾ ਫੈਲਾਅ ਹੈਗਾ, ਹੌਰੀਜ਼ੈਂਟਲੀ ਨਹੀਂ। ਉਹ ਨਿਰਾਰਥਕ ਨਹੀਂ,
ਪਰ ਨਿਰਾਪੁਰਾ ਵਰਟੀਕਲੀ ਹੋਣਾ ਵੀ ਸਾਰੀਆਂ ਵੇਲਾਂ ਹੋਣ ਵਿੱਚ ਕੁਛ ਮਤਲਬ ਤੁਹਾਡਾ ਸਲਾਹ ਦੋਵੇਂ ਪਾਸੇ ਮਤਲਬ ਹੋਣਾ ਜ਼ਰੂਰੀ ਆ। ਪਰ ਮਤਲਬ ਜਾਨੀ ਕਿ ਦਰਖਤ ਜਿਹੜੇ ਆ ਮਤਲਬ ਜਾਨੀ ਕਿ ਉਹ ਜਿਵੇਂ ਆਪਣੀ ਪਹਿਲਾਂ ਵੀ ਗੱਲ ਹੋਈ ਸੀ ਵੀ ਉਹ ਫਿਰ ਉੱਪਰ ਜਾ ਕੇ ਵੀ ਕੁਛ ਤਾਂ ਮਤਲਬ ਉੱਠ ਕੇ ਤੇ ਫਿਰ ਫੈਲਣਾ ਸ਼ੁਰੂ ਹੁੰਦੇ ਆ ਹਨਾ, ਤੇ ਫਿਰ ਉਹ ਆਪਣਾ ਪਰਿਵਾਰ ਬਣਾਉਂਦੇ ਆ। ਸੋ ਇਸ ਤਰ੍ਹਾਂ ਦੇ ਮਤਲਬ ਘੱਟ ਕਿਸੇ ਦੇ ਵੱਸ ਵੀ ਨਹੀਂ ਹੁੰਦਾ। ਜੇ ਆਪ ਕੋਈ ਚੰਗਾ ਸ਼ਾਇਰ ਹੋਣਾ ਕਿਹੜਾ ਵੀ ਕਿਸੇ ਦੇ ਵੱਸ ਹੈ। ਜੇ ਕੋਈ ਮੈਂ ਮਤਲਬ ਜਾਨੀ ਮੈਨੂੰ ਕਹਿ ਦਿੰਦੇ ਚਾਰ ਬੰਦੇ ਤੇ ਇਹਦੇ ਚ ਮੇਰੀ ਵੀ ਕੀ ਵਡਿਆਈ ਹੈ, ਤੇ ਜੇ ਮੈਨੂੰ ਕੋਈ ਇਹ ਬੰਦੇ ਕਹਿ ਦਿੰਦੇ ਆ ਵੀ ਮਤਲਬ ਵੀ ਇਹ ਤੂੰ ਕੁਛ ਨਹੀਂਗਾ ਤੇ ਇਹਦੇ ਚ ਮੇਰੀ ਬੇਇੱਜ਼ਤੀ ਵੀ ਕੀ ਆ ਹਨਾ। ਵੀ ਮਤਲਬ ਜਾਨੀ ਇਸ ਮਾਮਲੇ ਚ ਘੱਟੋ ਘੱਟ ਸ਼ਾਇਰੀ ਦੇ ਮਾਮਲੇ ਦੇ ਵਿੱਚ ਜਾਂ ਕਿਸੇ ਵੀ ਕਲਾ ਦੇ ਮਾਮਲੇ ਦੇ ਵਿੱਚ, ਵੈਸੇ ਤਾਂ ਕਿਸੇ ਮਾਮਲੇ ਚ ਨਹੀਂ ਮੈਨੂੰ ਹੁਣ ਮਤਲਬ ਜਾਨੀ ਕਿ ਚੰਗੀ ਤਰ੍ਹਾਂ ਸਾਡੇ ਪਿੰਡ ਇੱਕ ਸਾਡੇ ਚਾਚੇ ਤਾਏ ਦਾ ਮੁੰਡਾ ਹੈਗਾ ਮਿੱਠੂ, ਉਹ ਮੇਰੇ ਵਾਂਗੂ ਮਤਲਬ ਸ਼ਕਲੋਂ ਸੂਰਤੋਂ ਮਤਲਬ ਜਾਨੀ ਹਿਸਾਬ ਹਿਸਾਬ ਦਾ ਹੀ ਸੀ ਵੀ ਜਿਹੜੀ ਜੇ ਰੰਗ ਰੁੰਗ ਦੇ ਪੱਖੋਂ ਮੇਰੇ ਨਾਲੋਂ ਮਤਲਬ ਜਾਨੀ ਵੱਧ ਤਰੱਕੀ ਤੇ ਸੀ ਉਹ, ਤੇ ਹੋਰ ਵੀ ਮਤਲਬ ਤਰੀਕੇ ਨਾਲ। ਤੇ ਉਹ ਕਿਤੇ ਉੱਥੇ ਮਤਲਬ ਜਾਨੀ ਖੂਹ ਤੋਂ ਨਹਾ ਕੇ ਮੁੜਿਆ ਆਵੇ ਸਾਬਣ ਸੁਬਣ ਲਾ ਕੇ ਤੇ ਪੂਰੇ ਵਾਲ ਵੂਲ ਵਿੱਚ ਚੋਪੜੇ ਤੇਲ ਵਾਲੇ ਹੱਥ ਜੀ ਬੜੀ ਤੌਲੀਆ ਸਾਫੇ ਹੁੰਦੇ ਸੀ ਮਤਲਬ ਜਾਨੀ। ਉਹ ਮੋਢੇ ਤੇ ਧਰਿਆ ਤੇ ਸਾਡਾ ਤਾਇਆ ਇੱਕ ਉੱਥੇ ਬੈਠਾ ਸੱਥ ਦੇ ਵਿੱਚ, ਕਹਿੰਦਾ ਹੈ ਮਤਲਬ ਨਹਾ ਕੇ ਪੰਡਤ ਸ਼ਕਲ ਨੀ ਪੈਂਦਾ ਮਤਲਬ ਜਾਨੀ ਕਿ। ਤੇ ਉਹ ਉੱਥੇ ਹੀ ਰੁਕ ਗਿਆ, ਕਹਿੰਦਾ ਤਾਇਆ ਰੱਬ ਨੂੰ ਮੰਨਦਾ? ਕਹਿੰਦਾ ਹਾਂ। ਕਹਿੰਦਾ ਫਿਰ ਇਹ ਸਰੀਰ ਜਦੋਂ ਲੈ ਕੇ ਆਇਆ ਸੀ ਕੋਈ ਉਹਦੇ ਨਾਲ ਐਗਰੀਮੈਂਟ ਕੀਤਾ ਸੀ ਕਿ ਉਹਨੇ ਆਪਦੀ ਮਰਜ਼ੀ ਨਾਲ ਹੀ ਤੈਨੂੰ ਦੇਤਾ? ਕਹਿੰਦਾ ਵੀ ਆਪਦੀ ਮਰਜ਼ੀ ਨਾਲ ਹੀ, ਹਾਂ ਮਰਜ਼ੀ ਨਾਲ ਹੀ ਦੇਤਾ ਕਹਿੰਦਾ। ਤੇ ਕਹਿੰਦਾ ਫਿਰ ਮਤਲਬ ਜਾਨੀ ਕਿ ਵੀ ਇਹਦੇ ਚ ਮਤਲਬ ਹੈ ਤਾਂ ਉਹਦਾ ਹੀ, ਤੇ ਉਹ ਸਾਡੇ ਮੁਕਮਦੀਨ ਦਾ ਡੇਰਾ ਉੱਥੇ ਸਾਡੀ ਸ਼ਮਸ਼ਾਨ ਹੈ। ਕਹਿੰਦਾ ਮੱਚਣਾ ਤਾਂ ਅਖੀਰ ਨੂੰ ਮੁੱਕਦੀ ਨਹੀਂ ਆ ਹਨਾ, ਵੀ ਭਾਵੇਂ ਮਤਲਬ ਕਿਸੇ ਦਾ ਬਹੁਤ ਬਿਊਟੀਫੁਲ ਹੋਵੇ ਤੇ ਭਾਵੇਂ ਕਿਸੇ ਦਾ ਮਤਲਬ ਨਹੀਂ ਹਾਂ, ਤੇ ਮਤਲਬ ਜਾਨੀ ਵੀ ਇਹ ਕਹਿੰਦਾ ਵੀ ਉਹਦੀ ਦਿੱਤੀ ਚੀਜ਼ ਹੈ। ਤੇ ਜਿਹੜੇ ਕਹਿੰਦਾ ਵੀ ਜ਼ਿਆਦਾ ਸੋਹਣੇ ਆ ਵੀ ਉਹ ਭਾਈ ਮਤਲਬ ਜਾਨੀ ਕਿ ਜੇ ਉਹ ਮਾਣ ਕਰਦੇ ਆ ਤਾਂ ਉਹ ਵੀ ਭੁਲੇਖੇ ਚ ਆ ਵੀ ਮਤਲਬ ਜਾਨੀ ਕਿ ਵੀ ਹਾਂ ਵੀ ਚੀਜ਼। ਤੇ ਜੇ ਕਹਿੰਦਾ ਵੀ ਮੇਰੇ ਵਰਗੇ ਬੰਦੇ ਇਹ ਹੀਣਤਾ ਭਾਵ ਮਤਲਬ ਜਾਂਦੇ ਆ, ਇਹ ਵੀ ਇੱਕੋ ਹੀ ਆ ਹਨਾ। ਵੀ ਇਹ ਨਾ ਤਾਂ ਕੋਈ ਹੀਣਾ ਹੋਣ ਵਾਲੀ ਗੱਲ ਹੈ ਤੇ ਨਾ ਹੀ ਕੋਈ ਮਤਲਬ ਜਾਨੀ ਕਿ ਵੀ ਇਹਦੇ ਤੇ ਕੋਈ ਬਹੁਤ ਉਹਦੀ ਗਰੂਰ ਕਰਨ ਵਾਲੀ ਗੱਲ ਹੈ। ਸੋ ਇਸ ਤਰ੍ਹਾਂ ਮਤਲਬ ਜਾਨੀ ਕਿ ਵੀ ਸ਼ਾਇਰੀ ਦਾ ਵੀ ਜੋ ਭਾਈ ਇਹਦੇ ਕਿਹੜਾ ਹਨਾ ਵੀ ਕਿਸੇ ਦੇ ਕੋਈ ਮਤਲਬ ਜਾਨੀ ਅਖਤਿਆਰ ਵਾਲੀ ਗੱਲ ਹੈ। ਜਿਵੇਂ ਤੁਸੀਂ ਹੁਣ ਮੇਰੀ ਵਡਿਆਈ ਕਰੀ ਜਾ ਰਹੇ ਹੋ, ਇਹ ਮਤਲਬ ਜਾਨੀ ਇੱਕ ਤਰ੍ਹਾਂ ਵੀ ਮੇਰੇ ਕਿਹੜਾ ਵੀ ਮੈਂ ਬਸ ਇਹ ਹੋ ਜੇ ਗਿਆ ਹੈ ਉਹ ਜਿੰਨੀ ਮੇਰੇ ਹਿੱਸੇ ਆ ਗਏ। ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਆਪਣੇ ਆਪ ਵਿੱਚ ਹੋਣ ਦੀ ਗੱਲ ਕਰਦੇ ਹਾਂ ਜਾਂ ਜਾਣ ਬੁੱਝ ਕੇ ਨਹੀਂ ਹੁੰਦੇ, ਆਪਣੇ ਆਪ 'ਚ ਹੋ ਜਾਂਦੇ ਆ। ਪਰ ਦੂਜੇ ਪਾਸੇ ਦੁਨਿਆਵੀ ਵੀ ਸਾਰਾ ਕੁਝ ਵਾਪਰਦਾ ਆ। ਮਿਸਾਲ ਦੇ ਤੌਰ ਤੇ ਜਿਹੜੇ ਮੁਸ਼ਾਇਰੇ ਆ, ਕੀ ਮੁਸ਼ਾਇਰੇ ਤੁਹਾਡੇ ਵਰਗੇ ਕਵੀ ਨੂੰ ਪ੍ਰਭਾਵਿਤ ਕਰਦੇ ਆ? ਤੁਸੀਂ ਵੀ ਤਕਰੀਬਨ ਮੁਸ਼ਾਇਰਿਆਂ ਦੇ ਵਿੱਚ ਸ਼ਮੂਲੀਅਤ ਕਰਦੇ ਹੋ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਮੁਸ਼ਾਇਰੇ ਦੇ ਵਿੱਚ ਵਿਜੇ ਵਿਵੇਕ ਵਰਗਾ ਸ਼ਾਇਰ ਨਾ ਹੋਵੇ, ਉਸ ਮੁਸ਼ਾਇਰੇ ਦੀ ਰੌਣਕ ਪ੍ਰਭਾਵਿਤ ਹੁੰਦੀ ਹੈ। ਔਰ ਤੁਸੀਂ ਸ਼ਮੂਲੀਅਤ ਵੀ ਕਰਦੇ ਹੋ ਬਹੁਤੀਆਂ ਥਾਵਾਂ ਤੇ ਜਿੱਥੇ ਤੁਹਾਨੂੰ ਬੁਲਾਇਆ ਜਾਂਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਮੁਸ਼ਾਇਰਿਆਂ ਵਿੱਚ ਸ਼ਾਮਿਲ ਹੁੰਦੇ ਹੋ, ਜਦੋਂ ਤੇ ਤੁਹਾਡੀ ਸ਼ਾਇਰੀ ਦੇ ਉੱਪਰ ਤਾੜੀਆਂ ਵੱਜਦੀਆਂ ਹੈ, ਤਾਂ ਤੁਹਾਨੂੰ ਕਿਤੇ ਨਾ ਕਿਤੇ ਉਹ ਤਾੜੀਆਂ, ਉਹ ਮੁਸ਼ਾਇਰੇ, ਉਹ ਜਿਹੜੀ ਤਾਰੀਫ ਹੈ ਤੁਹਾਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਹੈ? ਹਾਂ ਬਿਲਕੁਲ ਕਰਦੀ ਹੈ, ਕਿਉਂ ਨਹੀਂ ਕਰਦੀ। ਮਤਲਬ ਜਾਨੀ ਕਿ ਮੁਸ਼ਾਇਰਾ ਆਪਣੇ ਆਪ ਚ ਇੱਕ ਬੜੀ ਮਤਲਬ ਜਾਨੀ ਕਿ ਲੋਕ ਤਾਂ ਉਹ ਜੀ ਸਟੇਜੀ ਕਵੀ ਤੇ ਫਲਾਂ ਹਨਾ। ਸ਼ਿਵ ਕੁਮਾਰ ਵੀ ਸਟੇਜੀ ਕਵੀ ਸੀ, ਤੁਹਾਨੂੰ ਮਤਲਬ ਇਸ ਗੱਲ ਦਾ ਪਤਾ ਹੀ ਹੈ। ਤੇ ਮਤਲਬ ਜਾਨੀ ਇਹ ਜੋ ਮੁਸ਼ਾਇਰੇ ਦਾ ਅੱਗੇ ਮਤਲਬ ਜਾਨੀ ਕਿ ਮਹਿਫਲਾਂ ਹੁੰਦੀਆਂ ਸੀਗੀਆਂ, ਚਲੋ ਉਹ ਰਾਜ ਦਰਬਾਰ ਦੇ ਵਿੱਚ ਹੁੰਦੀਆਂ ਸੀ, ਉਹ ਹੋਰ ਤਰ੍ਹਾਂ ਦੀਆਂ ਹੁੰਦੀਆਂ ਸੀ। ਹੁਣ ਜਿਹੜੇ ਕਵੀ ਦਰਬਾਰ, ਮੈਂ ਬਹੁਤ ਵਾਰੀ ਮਤਲਬ ਜਿਹੜੀ ਮੱਖੀਆਂ ਦੇ ਛੱਤੇ ਵਾਲੀ ਮਤਲਬ ਜਿਹੜੀ ਉਦਾਹਰਣ ਦੇ ਕੇ ਗੱਲ ਕੀਤੀ ਆ। ਜਦੋਂ ਵੀ ਆਪਾਂ ਕਿਤੇ ਇਕੱਠੇ ਬੈਠ ਕੇ ਇਸ ਤਰ੍ਹਾਂ ਦਾ ਮਤਲਬ ਨਹੀਂ ਕੁਛ ਕਰਦੇ ਆ, ਵਿਚਾਰ ਵਟਾਂਦਰਾ ਜਾਂ ਕਵਿਤਾ ਵਰਗੀ ਕੋਮਲ ਕਲਾ ਦੀ ਮਤਲਬ ਉੱਥੇ ਗੱਲ ਹੁੰਦੀ ਹੈ, ਤਾਂ ਉਹ ਪ੍ਰਭਾਵਿਤ ਤਾਂ ਕਰਦੇ ਆ। ਪਰ ਕੋਈ ਮਤਲਬ ਜਾਨੀ ਵਧੀਆ ਹੁੰਦਾ ਵੀ ਜਿਹਦੇ ਚ ਵਾਕਈ ਮਤਲਬ ਜੈਨੂਅਨ ਸ਼ਾਇਰ ਬੁਲਾਏ ਜਾਂਦੇ ਆ। ਬਹੁਤ ਤਾਂ ਫਿਰ ਮਤਲਬ ਜਾਨੀ ਕਿ ਜੇ ਮੈਂ ਕਹਾਂ 95% ਤਾਂ ਵੈਸੇ ਹੀ ਹੁੰਦੇ ਆ। ਪਰ ਇਉਂ ਹੁੰਦਾ ਵੀ ਕਈ ਵਾਰੀ ਹੁਣ ਜਿਵੇਂ ਤੁਸੀਂ ਮੈਨੂੰ ਕਹਿ ਦਿਓ ਵੀ ਵਿਜੇ ਤੂੰ ਆਉਣਾ, ਤੇ ਉਹ ਮੇਰੀ ਮਿੱਤਰਤਾ ਹੈ ਹਨਾ, ਵੀ ਮੈਂ ਜਿਨ੍ਹਾਂ ਨਾਲ ਮਤਲਬ ਹੋਰ ਵੀ ਮਤਲਬ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਾਂਝਾਂ ਹੁੰਦੀਆਂ, ਤੇ
ਵੀ ਠੀਕ ਹੈ, ਚੱਲੂਗਾ। ਵੀ ਦੂਜਾ ਹੁੰਦਾ ਵੀ ਕੁਛ ਮਤਲਬ ਇਸ ਤਰ੍ਹਾਂ ਦੇ ਵੀ ਉੱਥੇ ਫਲਾਂ ਬੰਦਿਆਂ ਨੇ ਆਉਣਾ ਹੈ, ਤੇ ਉੱਥੇ ਵੀ ਮਤਲਬ ਜਾਵਾਂਗੇ ਤੇ ਮਤਲਬ ਕੁਛ ਸੁਣਨ ਨੂੰ ਸਿੱਖਣ ਨੂੰ ਮਿਲੂਗਾ। ਤੀਸਰਾ ਹੁੰਦਾ ਵੀ ਜਿੱਥੇ ਕੋਈ ਮਤਲਬ ਮਾਇਕ ਹੋਵੇ, ਵੀ ਇੱਥੇ ਯਾਰ ਵੀ ਜਿਵੇਂ ਕੁਛ ਮਤਲਬ ਮੈਨੂੰ ਪੈਸੇ ਮਿਲ ਜਾਣੇ ਤਾਂ ਵੀ ਉੱਥੇ ਮੈਂ ਕਵਿਤਾ ਪੜ੍ਹ ਆਉਣਾ। ਇਹਦੇ ਚ ਮੇਰਾ ਮਤਲਬ ਜਾਣੀ ਕੀ ਨੁਕਸਾਨ ਹੈ, ਕੋਈ ਫਾਇਦਾ ਹੀ ਹੋਊਗਾ, ਦੂਜਿਆਂ ਦਾ ਵੀ ਫਾਇਦਾ ਹੋਊਗਾ ਤੇ ਮੇਰਾ ਵੀ ਫਾਇਦਾ ਹੋਊਗਾ। ਇਸ ਤਰ੍ਹਾਂ ਜੇ ਮਤਲਬ ਜਾਣੀ ਕਿ ਮਤਲਬ ਕੁਛ ਇਹੋ ਜਿਹੇ ਆ, ਤੇ ਜਿਹੜੀ ਜਿੱਥੇ ਵਾਕਿਆ ਪਤਾ ਲੱਗ ਜਾਂਦਾ, ਮਤਲਬ ਤੁਹਾਨੂੰ ਪਤਾ ਹੁੰਦਾ ਹੈ ਵੀ ਜਿਹੜੀ ਦਾਤ ਮੈਨੂੰ ਮਿਲ ਰਹੀ ਹੈ ਵੀ ਕਿਹਨਾਂ ਵੱਲੋਂ ਮਿਲ ਰਹੀ ਹੈ, ਤੇ ਕਈਆਂ ਵਾਰੀ ਦਾਤ ਨਹੀਂ ਵੀ ਮਿਲਦੀ। ਉੱਥੇ ਮਤਲਬ ਮੈਨੂੰ ਕਦੇ ਬਹੁਤ ਨਹੀਂ ਉਸ ਤਰ੍ਹਾਂ ਹੋਇਆ ਵੀ ਮੈਂ ਫਰਸਟ੍ਰੇਟ ਹੀ ਹੋ ਜਾਵਾਂ, ਮੈਨੂੰ ਯਾਰ ਵਾਹ ਨਹੀਂ ਕਿਹਾ ਤੇ ਮੈਂ ਵੀ ਢਿੱਲਾ ਹੋ ਜਾਵਾਂ, ਇਸ ਤਰ੍ਹਾਂ ਜਿਹੀ ਨਹੀਂ। ਪਰ ਜਿਹੜੀ ਮਿਲਦੀ ਹੈ ਦਾਤ, ਉਹ ਤੁਹਾਨੂੰ ਇੰਸਪੀਰੇਸ਼ਨ ਤਾਂ ਦਿੰਦੀ ਹੈ ਵੀ ਤੁਹਾਡੀ ਗੱਲ ਸੁਣੀ ਗਈ ਹੈ ਯਾਰ, ਵਾਕਿਆ ਮਤਲਬ। ਔਰ ਇੱਕ ਪਾਸੇ ਤੁਸੀਂ ਜਿਹੜੀ ਹੁਣ ਤੂੰ ਗੱਲ ਕਰ ਰਹੇ ਸੀ ਵੀ ਇਹ ਕਵਿਤਾ ਵਾਕਈ, ਜੇ ਹੁਣ ਮੈਂ ਐਰੋਗੈਂਟ ਹੋ ਕੇ ਬੋਲਣ ਲੱਗ ਪਿਆ ਤਾਂ ਫਿਰ ਇਹ ਗੱਲ ਮਤਲਬ ਇਉਂ ਵੀ ਮਤਲਬ ਕਹੀ ਜਾਊ ਵੀ ਇਹ ਕਵਿਤਾ ਕੁਛ ਇਹ ਅਲੱਗ ਕਿਸਮ ਦੀ ਹੈ, ਜਿਨ੍ਹਾਂ ਨੂੰ ਸਵਾਦ ਦਿੰਦੀ ਹੈ ਉਹ ਵਿਲੱਖਣ ਕਿਸਮ ਬੰਦੇ ਆ, ਤੇ ਦੂਜੇ ਬੰਦੇ ਨੂੰ ਘੱਟ। ਜਾਂ ਮਤਲਬ ਜਿਹੜੇ ਬਿਲਕੁਲ ਉਹ ਮਤਲਬ ਜਿਨ੍ਹਾਂ ਦੇ ਅਜੇ ਮਤਲਬ ਬੌਧਿਕਤਾ ਨੇ, ਜਾਂ ਇਹ ਸਮਾਜ ਨੇ, ਜਾਂ ਕੋਈ ਉਸ ਤਰ੍ਹਾਂ ਦਾ ਗਲਬਾ ਨਹੀਂ ਪਾਇਆ ਹੋਇਆ, ਉਹਨਾਂ ਨੂੰ ਮਤਲਬ ਸਿੱਧੀ ਟੱਚ ਕਰਦੀ ਹੈ। ਤਾਂ ਮਤਲਬ ਕੁਛ ਇਸ ਤਰ੍ਹਾਂ ਦਾ ਹੈ ਇਹ। ਤੇ ਮੁਸ਼ਾਇਰੇ 'ਚ ਜਾ ਕੇ ਮੈਨੂੰ ਆਨੰਦ ਆਉਂਦਾ, ਮਤਲਬ ਕਈਆਂ ਥਾਵਾਂ ਤੇ ਆਨੰਦ ਆਉਂਦਾ, ਕਈਆਂ ਥਾਵਾਂ ਤੇ ਬੋਰ ਵੀ ਬਹੁਤ ਹੁੰਦਾ, ਬੋਰ ਹੁੰਦਾ ਆਪ, ਔਖਾ ਲੱਗਦਾ ਕਵਿਤਾ ਪੜ੍ਹਨਾ। ਕਵਿਤਾ ਪੜ੍ਹਨੀ ਜਿੱਥੇ ਤੁਹਾਡੇ ਸਰੋਤੇ ਤੁਹਾਨੂੰ ਪਤਾ ਹਾਣ ਦੇ ਬੈਠੇ ਹੋਣ, ਉੱਥੇ ਹੀ ਮਤਲਬ ਜਾਣੀ ਕਿ ਫਾਇਦਾ ਨਿਕਲਦਾ। ਕਵੀ ਦਰਬਾਰਾਂ 'ਚ ਮਤਲਬ ਜਾਣੀ ਕਾਫੀ ਸਾਰੀ ਮੈਂ ਸੁਜੈਸਟ ਵੀ ਕਰਦਾ ਵੀ ਮਤਲਬ ਆਪਣੇ ਸਮਕਾਲੀਆਂ ਨੂੰ, ਆਪਣੇ ਤੋਂ ਆਉਣ ਵਾਲੀ ਪੀੜ੍ਹੀ ਨੂੰ, ਜਾਂ ਮਤਲਬ ਜਾਣੀ ਕਿ ਇਹ ਸਰੋਤਿਆਂ ਨੂੰ, ਜਾਂ ਜਿਹੜੇ ਇਹ ਪ੍ਰਬੰਧਕ ਕਵੀ ਦਰਬਾਰ ਕਰਾਉਂਦੇ ਵੀ ਯਾਰ ਜੇ ਇਹਨਾਂ ਨੂੰ ਕਰਾਉਣਾ ਵਾਕਿਆ ਮਤਲਬ ਮੁਸ਼ਾਇਰੇ ਦੀ ਸਾਰਥਕਤਾ ਹੈ, ਬਹੁਤ ਵੱਡੀ ਸਾਰਥਕਤਾ, ਪਰ ਮਤਲਬ ਇਹਨੂੰ ਉਸ ਸਾਰਥਕਤਾ ਨੂੰ ਅਸੀਂ ਮਤਲਬ ਉਹਦੇ ਚੋਂ ਡਰਾ ਕਰਨ ਦੀ ਕੋਸ਼ਿਸ਼ ਕਰੀਏ ਤਾਂ ਹੀ। ਹਾਂ ਵਿਜੇ ਵੀਰ ਜੀ, ਸਾਡੇ ਕੋਲੇ 5-7 ਮਿੰਟ ਹੋਰ ਹੈਗੇ ਆ ਤੇ ਸਵਾਲ ਹਾਲੇ ਬਹੁਤ ਪਏ ਆ ਜਿਹੜੇ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਆ। ਮਿਸਾਲ ਦੇ ਤੌਰ ਤੇ ਆਪਾਂ ਮੁਸ਼ਾਇਰਿਆਂ ਦੀ ਗੱਲ ਕੀਤੀ ਹੈ, ਮੁਸ਼ਾਇਰਿਆਂ ਨੂੰ ਤੁਸੀਂ ਇੱਕ ਆਪਣੇ ਵੱਲੋਂ ਬੜਾ ਲਾਹੇਵੰਦ ਹੁੰਗਾਰਾ ਵੀ ਦਿੱਤਾ ਆ। ਦੂਜੇ ਪਾਸੇ ਦੋ ਗੱਲਾਂ ਹੋ ਰਹੇ, ਇੱਕ ਤਾਂ ਹੈ ਇਨਾਮ ਜਿਹੜੇ ਦਿੱਤੇ ਜਾਂਦੇ ਆ ਸਰਕਾਰੀ ਦਰਬਾਰਾਂ, ਅਕੈਡਮੀਆਂ ਦੇ ਇਨਾਮ ਹੈ, ਦੂਸਰੇ ਹੈ। ਇਹਦੇ ਬਾਰੇ ਤੁਸੀਂ ਪਿੱਛੇ ਜਿਹੇ ਸੋਸ਼ਲ ਮੀਡੀਆ ਤੇ ਮੈਂ ਪੜ੍ਹਿਆ ਸੀ, ਕੁਝ ਲਿਖਿਆ ਵੀ ਸੀ, ਤੁਸੀਂ ਕਈ ਥਾਵਾਂ ਤੇ ਸਹਿਮਤ ਵੀ ਨਹੀਂ ਹੋਏ ਸੀ। ਕਿ ਤੁਹਾਨੂੰ ਤੁਸੀਂ ਇਹਦੇ ਬਾਰੇ ਜੇ ਕੋਈ ਟਿੱਪਣੀ ਕਰਨੀ ਹੋਵੇ ਤਾਂ ਤੁਸੀਂ ਕੀ ਕਾਹਦੇ ਨਾਲ ਸਹਿਮਤ ਨਹੀਂ, ਕਾਹਦੇ ਨਾਲ ਮੈਂ ਸਹਿਮਤ ਨਹੀਂ ਸੀ ਹੋਇਆ? ਕੁਛ ਇਸ ਤਰ੍ਹਾਂ ਦੇ ਜਿਹੜੇ ਇਨਾਮ ਸਨਮਾਨ ਦਿੱਤੇ ਜਾਂਦੇ ਆ, ਜਾਂ ਤੁਸੀਂ ਕਹਿ ਲਓ, ਜਾਂ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਦੋਂ ਕੁਐਸਚਨ ਕਰਦੇ ਹੁੰਦੇ ਆ, ਸਵਾਲ ਕਰਦੇ ਆ। ਔਰ ਜੇ ਤੁਸੀਂ ਇਹਨਾਂ ਇਨਾਮਾਂ ਬਾਰੇ ਟਿੱਪਣੀ ਕਰਨੀ ਹੋਵੇ ਕਿ ਇਹ ਇਨਾਮ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਹੇ ਨੇ ਲਿਟਰੇਚਰ ਨੂੰ, ਸਾਹਿਤ ਨੂੰ, ਕਵਿਤਾ ਨੂੰ, ਜਾਂ ਹਰ ਕਿਸਮ ਦੇ ਜਿਹੜੇ ਸਾਹਿਤ ਨੂੰ, ਤਾਂ ਤੁਸੀਂ ਇਹਦੇ ਬਾਰੇ ਕੀ ਟਿੱਪਣੀ ਕਰੋਗੇ? ਹਾਂ ਵੀ ਮਤਲਬ ਜਾਨੀ ਕਿ ਦੋਵੇਂ ਪੱਖ, ਜੇ ਇੱਕ ਤਾਂ ਮਤਲਬ ਜਾਨੀ ਜਿਹੜੇ ਜੁਗਾੜ ਹੋ ਰਹੇ ਆ ਹਨਾ ਇਨਾਮ ਲੈਣ ਵਾਸਤੇ, ਇਹ ਬਹੁਤ ਮਤਲਬ ਘਾਤਕ, ਭਾਵੇਂ ਤੁਹਾਡਾ ਹੱਕ ਵੀ ਬਣਦਾ ਹੋਵੇ ਹਨਾ, ਜੇ ਤੁਹਾਨੂੰ ਐ ਵੀ ਲੱਗਦਾ ਔਰ ਵਾਕਿਆ ਮਤਲਬ ਜੈਨੂਅਨ ਵੀ ਮਤਲਬ ਜਾਨੀ ਦੁਨੀਆ ਵੀ ਮਤਲਬ ਕਹਿੰਦੀ ਹੋਵੇ, ਤੇ ਫਿਰ ਵੀ ਤੁਹਾਨੂੰ ਕਿਸੇ ਕਿਸਮ ਦਾ ਜੁਗਾੜ ਤਾਂ ਨਹੀਂ ਮਤਲਬ ਜਾਨੀ, ਜਾਂ ਕਿਸੇ ਤੱਕ ਕੋਈ ਅਪਰੋਚ। ਮੈਂ ਆਪਣੇ ਬਾਰੇ ਬੋਲ ਸਕਦਾ, ਮੈਂ ਤਾਂ ਅੱਜ ਤੱਕ ਨਾ ਤਾਂ ਕਿਸੇ ਸਭਾ ਵਾਲੇ ਨੂੰ ਕਿਹਾ ਵੀ ਤੂੰ ਮੈਨੂੰ ਬੁਲਾ, ਨਾ ਮੈਂ ਕਿਸੇ ਪ੍ਰੀਸ਼ਦ ਵਾਲੇ ਨੂੰ ਕਿਹਾ, ਨਾ ਮੈਂ ਕਿਸੇ ਅਕੈਡਮੀ ਵਾਲੇ ਨੂੰ ਕਿਹਾ, ਨਾ ਕਿਸੇ ਟੀਵੀ ਰੇਡੀਓ ਵਾਲੇ ਨੂੰ ਕਿਹਾ, ਨਾ ਮੈਂ ਕਦੇ ਇਸ ਤਰ੍ਹਾਂ ਮਤਲਬ ਗਾਂ ਨੂੰ ਕਰਾਂਗਾ ਵੀ ਮਤਲਬ ਮੈਨੂੰ ਮਤਲਬ ਯਾਨੀ ਕਿ ਵੀ, ਤੇ ਜੇ ਕੋਈ ਮੈਨੂੰ ਮਤਲਬ ਇਹ ਇਨਾਮ ਮਿਲਦਾ ਤਾਂ ਮਤਲਬ ਯਾਨੀ ਸਵੀਕਾਰੂੰਗਾ ਮੈਂ ਉਹਨੂੰ, ਵੀ ਕੋਈ ਮਤਲਬ ਇਉਂ ਨਹੀਂ। ਬਟ ਮਤਲਬ ਉਹਦੇ ਵਾਸਤੇ ਜੇ ਤੁਸੀਂ ਮਤਲਬ ਯਾਨੀ ਕਿ ਵੀ ਕੁਛ ਬਣੀ ਹੋਈ ਹੈ, ਮਤਲਬ ਇਹ ਆਪਾਂ ਨੂੰ ਦਿਸੀ ਜਾਂਦਾ, ਮਤਲਬ ਆਪਾਂ ਕਿਹੜਾ ਉਮਰ ਗੁਜ਼ਾਰ ਲਈ, ਮਤਲਬ ਇੱਕ ਹਮਨੇ ਇੱਕ ਉਮਰ ਗੁਜ਼ਾਰੀ ਹੈ ਸਾਨੂੰ ਖਾਨੇ ਮੇ, ਹਨਾ। ਤਾਂ ਭਾਈ ਮਤਲਬ ਉਹਦੇ ਨਾਲ ਵੀ ਤਾਂ ਮਤਲਬ ਆਪਾਂ ਨੂੰ ਵੀ ਪਤਾ ਹੀ ਆ ਵੀ ਮਤਲਬ ਵੀ ਉਹ ਸਾਰਾ ਕੁਝ ਬਣਿਆ ਹੋਇਆ,
ਤਾਂ ਕਿੰਨਾ ਕਿੰਨਾ ਦੇ ਹੱਥਾਂ 'ਚ ਕਿਵੇਂ ਕਿਵੇਂ ਖੇਡ ਰਿਹਾ ਸਾਰਾ ਕੁਝ, ਜਾਂ ਖੇਡ ਰਿਹਾ ਸੀ ਜਾਂ ਖੇਡੇਗਾ ਵੀ, ਮਤਲਬ ਕਿ ਹੋ ਸਕਦਾ ਵੀ ਕਿਵੇਂ ਨਾ ਕਿਵੇਂ ਮਤਲਬ ਕਦੇ ਇਹ ਟੁੱਟੇ ਹੋਏ ਨੇ। ਔਰ ਉਹ ਬੰਦੇ ਆਪ ਵੀ ਮਤਲਬ ਬੰਦੇ ਆਪ ਵੀ ਤਾਂ ਉੱਥੇ ਜੀ ਖੜੋਤੇ ਹੋਏ ਨੇ ਜਿੱਥੇ ਜੇ ਹੋ, ਯਾਨੀ ਜਿਹੜੇ ਬੰਦੇ ਇਹਨਾਂ ਦਾ ਵਿਰੋਧ ਕਰਨ ਵਾਲੇ ਨੇ। ਇਹ ਜ਼ਰੂਰੀ ਇਹਨਾਂ ਦਾ ਨਿਰਲੇਪ ਰੁਕ ਜੇ ਕਿਸੇ ਨੂੰ ਮਿਲ ਗਿਆ ਮੈਂ ਕੀ ਲੈਣਾ, ਜੇ ਹੁਣ ਕਿਸੇ ਅਯੋਗ ਬੰਦੇ ਨੂੰ ਵੀ ਮਿਲ ਗਿਆ ਤਾਂ ਮਿਲ ਜੇ ਯਾਰ, ਮੈਂ ਕੀ ਕਰਾਉਣਾ। ਵਿਜੇ ਵੀਰ ਜੀ ਇੱਕ ਸਵਾਲ ਤਾਂ ਹੈਗਾ ਹੈ ਨਾ ਕਿ ਜਿਹੜੀ ਸੰਸਥਾ ਦੇ ਮੁਖੀ ਸੁਰਜੀਤ ਪਾਤਰ ਵਰਗੇ ਵੱਡੇ ਸ਼ਾਇਰ ਹੋਣ, ਉੱਥੇ ਤਾਂ ਇਸ ਤਰ੍ਹਾਂ ਦਾ ਅਨਿਆਂ ਨਹੀਂ ਹੋਣਾ ਚਾਹੀਦਾ ਮੇਰੇ ਖਿਆਲ ਦੇ ਮੁਤਾਬਕ। ਨਹੀਂ, ਕੋਈ ਕਲਾ ਪਰਿਸ਼ਦ ਤਾਂ ਕੋਈ ਇਨਾਮ ਨਹੀਂ ਦਿੰਦੀ ਕਿ ਦਿੰਦੀ? ਵੈਸੇ ਮੈਂ ਗੱਲ ਕਰਦਾ ਆ ਵੀ ਜੇ ਸੁਰਜੀਤ ਪਾਤਰ ਵਰਗੇ ਬੰਦੇ ਨੂੰ ਸੰਸਥਾ ਦਿੱਤੀ ਜਾਵੇ, ਜਾਂ ਸੁਰਜੀਤ ਪਾਤਰ ਵਰਗੇ ਬੰਦੇ ਨੂੰ ਮਤਲਬ ਜਾਨੀ ਕਿ ਵੀ ਜਦੋਂ ਮਤਲਬ ਇਹ ਕੁਰਸੀ ਲੈਣ ਲੱਗੇ ਸੀ, ਮੈਨੂੰ ਵੀ ਮਤਲਬ ਉਹਨਾਂ ਨੂੰ ਸੋਚਣਾ ਬਣਦਾ ਵੀ ਨਹੀਂ, ਪਰ ਕਲਾ ਪਰਿਸ਼ਦ, ਸੁਰਜੀਤ ਪਾਤਰ ਕਲਾ ਪਰਿਸ਼ਦ ਦੇ ਇਸ ਵੇਲੇ ਚੇਅਰਮੈਨ ਨੇ। ਔਰ ਜਿਹੜੇ ਕਲਾ ਪਰਿਸ਼ਦ ਵੱਲੋਂ ਪ੍ਰੋਗਰਾਮ ਕਰਵਾਏ ਜਾਂਦੇ ਆ, ਮੁਸ਼ਾਇਰੇ ਕਰਵਾਏ ਜਾਂਦੇ ਆ, ਉਹਨਾਂ ਦਾ ਮਿਆਰ ਕਿੰਨਾ ਕੁ ਚੰਗਾ ਆ, ਕਿੰਨਾ ਕੁ ਵੱਡਾ ਆ, ਇਹ ਵੀ ਤਾਂ ਇੱਕ ਸਵਾਲ ਹੈ ਨਾ। ਸਵਾਲ ਹੈ, ਬਟ ਠੀਕ ਹੈ, ਪਰ ਮਤਲਬ ਨਹੀਂ ਹੈ ਵੀ ਪਹਿਲੀ ਗੱਲ ਤਾਂ ਇਹ ਹੈ ਯਾਰ, ਜੋ ਆਪਾਂ ਪਹਿਲਾਂ ਹੀ ਮਤਲਬ ਜਾਨੀ ਇਹ ਗੱਲ ਕਹਿ ਚੁੱਕੇ ਆ ਵੀ ਮਤਲਬ ਜਾਨੀ ਮੈਂ ਆਪਣੇ ਆਪ ਨੂੰ ਮਤਲਬ ਜਾਨੀ ਪਾਸੇ ਮਤਲਬ ਕਰ ਰਿਹਾ, ਕਰਨਾ ਬਣਦਾ ਹੀ ਹੈ ਵੀ ਮੈਂ ਉਹਨਾਂ 'ਚ ਸ਼ਾਮਲ ਹੈ ਵੀ ਨੀਗਾ। ਇਹ ਸੱਚ ਹੈ ਵੀ ਮਤਲਬ ਜਾਨੀ ਕਿ ਜਿੰਨੇ ਮਤਲਬ ਜਿਹੜੇ ਵੱਡੇ ਕਵੀ ਹੁੰਦੇ ਆ ਹਨਾ, ਵੀ ਜਿਹੜੇ ਚੰਗੇ ਮਤਲਬ ਚੰਗੇ ਵੱਡੇ ਨਾ ਕੋ ਵੀ ਉਹ ਪਹਿਲਾਂ ਹੀ ਤੁਸੀਂ ਮਤਲਬ ਇਹ ਗੱਲ ਕਹਿ ਚੁੱਕੇ ਵੀ ਕਦੇ ਯੁੱਗਾਂ ਦੇ ਵਿੱਚ ਮਤਲਬ ਕੋਈ ਜਾਂ ਦਹਾਕਿਆਂ ਦੇ ਵਿੱਚ ਮਤਲਬ ਕੋਈ ਇੱਕ ਅੱਧਾ ਕਿਤੇ, ਜੇ ਇੱਕ ਸਦੀ ਦੇ ਵਿੱਚ ਕੋਈ 5 7 10 ਹਨਾ, ਜਾਂ 15 20 25 ਵੀ ਮਤਲਬ ਜਾਨੀ ਕਿ ਵੀ ਉਹ ਪੈਦਾ ਹੋ ਸਕਦੇ ਆ। ਚੱਲ ਵੀ ਕਿਤੇ ਜੇ ਕਿਤੇ ਹੜ ਜਾ ਵੀ ਆਇਆ ਹੋਵੇ ਤਾਂ ਇੱਕ ਸਦੀ ਦੇ ਵਿੱਚ 25 ਮਤਲਬ ਚੰਗੇ ਕਵੀ ਮਤਲਬ ਪੈਦਾ ਹੋ ਗਏ। ਤਾਂ ਮਤਲਬ ਜਾਨੀ ਕਿ ਵੀ ਹੁਣ ਉਹਨਾਂ ਨੂੰ ਲਿਆਉਣਾ ਵੀ ਇਹ ਇੱਕ ਸਰਕਾਰੀ ਸੰਸਥਾ ਹੈ ਕਲਾ ਪਰਿਸ਼ਦ, ਤੇ ਉੱਥੇ ਮਤਲਬ ਆਇਆ ਵੀ ਪਾਤਰ ਸਾਹਿਬ ਦਾ ਵੀ ਮਤਲਬ ਜਾਨੀ ਕਿੰਨਾ ਉਹ ਮਤਲਬ ਕਰ ਸਕਦੇ ਆ। ਇਹ ਬਹਿ ਕੇ ਮਿਲ ਕੇ ਕਦੇ ਪਾਤਰ ਸਾਹਿਬ ਨਾਲ ਜੀ ਵੀ ਕਰਦਾ, ਪਾਤਰ ਸਾਹਿਬ ਬਿਜੀ ਇੰਨੇ ਆ ਵੀ ਗੱਲਾਂ ਮਤਲਬ ਕਰਨ ਨੂੰ ਵੀ ਜੀ ਕਰਦਾ ਵੀ ਪਾਤਰ ਸਾਹਿਬ ਨਾਲ ਬਹਿ ਕੇ ਕਰੀਏ। ਤੇ ਉਹ ਫਿਰ ਮਤਲਬ ਕਈ ਵਾਰੀ ਇਹ ਗੱਲ ਕਹਿ ਵੀ ਦਿੰਦੇ ਵੀ ਮੈਂ ਬੁੱਢੀ ਜਾਦੂਗਰਨੀ ਦੀਆਂ ਗੱਲਾਂ 'ਚ ਆ ਗਿਆ ਹਨਾ, ਤੇ ਫਿਰ ਉੱਥੇ ਆਪਾਂ ਕਰ ਵੀ ਮਤਲਬ ਕੀ ਸਕਦੇ ਵੀ ਜੇ ਉਂਗਲ ਧਰ ਕੇ ਬੰਦਾ ਤੇ ਫਿਰ ਵੀ ਆ ਗਿਆ ਤੇ ਫਿਰ ਤਾਂ ਕੀ ਬੰਦੇ ਨੇ। ਤੇ ਪਾਤਰ ਵਰਗਾ ਬੰਦਾ ਜੇ ਚੇਅਰਮੈਨ ਹੋਵੇ ਤਾਂ ਉਹਨਾਂ ਨੂੰ ਮਤਲਬ ਉਹ ਆਪਣੀ ਮਰਜ਼ੀ ਨਾਲ ਹੁਣ ਮੈਂ ਕਿਤੇ ਕੋਈ ਪੋਸਟ ਮਤਲਬ ਲਿਖੀ ਸੀਗੀ ਕਿ ਪਰ ਚੇਅਰਮੈਨ ਵੀ ਇਸ ਕਿਸਮ ਦੇ ਹੈਗੇ ਆ ਕਿ ਉਹਨਾਂ ਨੂੰ ਘਰੇ ਬੈਠਿਆਂ ਨੂੰ ਚੇਅਰਮੈਨ ਦਿੱਤੀ ਗਈ ਹੈ। ਹਾਂ, ਮਤਲਬ ਜਾਨੀ ਉੱਥੇ ਮਤਲਬ ਘੱਟੋ ਘੱਟ ਇੰਨਾ ਕੁ ਤਾਂ ਕਰਨਾ ਬਣਦਾ, ਮਤਲਬ ਜਾਨੀ ਇੰਨੀ ਕੁ ਤਾਂ ਬਣਦੀ ਹੈ ਵੀ ਘਰੇ ਬੈਠਾ ਨੂੰ ਚੇਅਰਮੈਨ ਮਿਲ ਗਈ ਹਨਾ। ਤੇ ਸ਼ੋਹਰਤ ਦਾ ਕੋਈ ਪਹਿਲਾਂ ਹੀ ਘਾਟਾ ਮਤਲਬ ਸ਼ੋਹਰਤ ਬੰਨਿਓ ਕਿਸ ਇਨਾਮਾਂ ਸਨਮਾਨਾਂ ਵੱਲੋਂ ਹਨਾ, ਕਿਤੇ ਪਹਿਲਾਂ ਹੀ ਕੋਈ ਘਾਟਾ ਹੈ ਨਹੀਂ। ਤੇ ਇੰਨੀ ਗੱਲ ਤਾਂ ਮਤਲਬ ਪਾਤਰ ਸਾਹਿਬ ਨੂੰ ਕਰਨੀ ਬਣਦੀ ਵੀ ਭਾਈ ਠੀਕ ਹੈ ਵੀ ਤੁਸੀਂ ਮੇਰੇ ਤੇ ਮਾਣ ਕਰਕੇ ਮੇਰੇ ਕੋਲ ਆਏ ਹੋ, ਮੇਰੇ ਕੋਲੇ ਆਏ ਹੋ ਤੁਸੀਂ, ਮੈਂ ਤੁਹਾਡੇ ਕੋਲ ਗਿਆ ਨਹੀਂ ਹਨਾ। ਤੇ ਬਈ ਮੈਂ ਫਿਰ ਕੰਮ ਤਾਂ ਵੀ ਮਤਲਬ ਜਿਹੜਾ ਮਰਜ਼ੀ ਨਾਲ ਕਰਨ ਦਿਓ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਉਹ ਆਪਦੀ ਮਰਜ਼ੀ ਨਾਲ, ਹਾਂ ਵੀ ਮੈਂ ਆਪਦੀ ਮਰਜ਼ੀ ਨਾਲ ਕਰੂੰਗਾ। ਬਿਲਕੁਲ ਬਿਲਕੁਲ। ਹਾਂ, ਸੋ ਵੀਰੇ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਅੱਗੇ ਹੋਰ ਗੱਲ ਕਰਨ ਦੀ, ਗੱਲਾਂ ਹਾਲੇ ਹੋਰ ਵੀ ਬਹੁਤ ਸਾਰੀਆਂ ਕਰਨੀਆਂ ਸੀ। ਸੋ ਅਸੀਂ ਫਿਰ ਕਦੇ ਤੁਹਾਨੂੰ ਤਕਲੀਫ ਦਿਆਂਗੇ। ਇਹ ਸਨ ਵਿਜੇ ਵਿਵੇਕ ਜੀ, ਇਹ ਕਹਿ ਰਹੇ ਸੀ ਕਿ ਮੈਂ ਕਿਹਾ ਕੋਈ ਵੀ ਇਹ ਕਹਿ ਰਹੇ ਕੋਈ 25 ਮਤਲਬ ਕਦੇ ਪੈਦਾ ਹੁੰਦੇ। ਮੈਂ ਤੇ ਇਹ ਗੱਲ ਕਹਿਣਾ ਕਿ ਪਤਾ ਨਹੀਂ ਧਰਤੀ ਨੂੰ ਜਾਂ ਧਰਤੀ ਕਦੋਂ ਸਾਨੂੰ ਮਾਣ ਬਖਸ਼ਦੀ ਹੈ ਕਿ ਇਸ ਤਰ੍ਹਾਂ ਦੇ ਸ਼ਾਇਰ ਪੈਦਾ ਹੁੰਦੇ ਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਬਣੇ ਰਹਿਣ ਲਈ।